ਨਾਨਕ ਅੰਗਦ ਗੁਰੂ ਅਮਰਦਾਸ ਪਗਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਿਗੁਰ ਮਮ ਬੇਰੀ ਕਟਹੁ ਨਿਜ ਬੇਰੀ ਪਰਚਾਰ। ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ। ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਏਕ ਓਂਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਕਾਨਨ ਤੇ ਪੁਨ ਆਏ ਵਿਰਾਜਤ। ਕੇਤਿਕ ਕਾਲ ਕਥਾ ਕਰਵਾਵੇ। ਸੰਗਤ ਸੰਗਮ ਮੈਂ ਬਹੁ ਸ਼ੋਭਤ। ਆਏ ਰਬਾਬੀ ਸੋ ਰਾਗਨ ਗਾਵੇ। ਕਾਨਨ ਤੇ ਪੁਨ ਆਏ ਬਿਰਾਜਤ। ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ, ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਡੇ ਸਾਰਿਆਂ ਦੇ ਉੱਤੇ ਕਿਰਪਾ ਕਰਨ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਹਾਜ਼ਰਾ ਹਜੂਰ ਜਹਰਾ ਜਹੂਰ, ਸਰਬ ਕਲਾ ਭਰਪੂਰ, ਅੰਤਰਯਾਮੀ, ਸੁਖ ਨਿਧਾਨ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਦੇ ਵਿੱਚ ਸੁਭਾਏਮਾਨ ਸਾਧ ਸੰਗਤ ਜੀ, ਰਾਗੀ ਸਿੰਘ ਆਪ ਜੀ ਨੂੰ ਬੜੇ ਪਿਆਰ ਦੇ ਨਾਲ ਕੀਰਤਨ ਸਰਵਣ ਕਰਾ ਰਹੇ ਸਨ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਹ ਸ਼ਬਦ ਆਪ ਜੀ ਨੂੰ ਸਰਵਣ ਕਰਾਇਆ। ਅੱਜ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਹੈ। ਉਸ ਸੰਬੰਧ ਵਿੱਚ ਗੁਰੂ ਕੇ ਕੀਰਤਨੀਆਂ ਨੇ ਆਪ ਜੀ ਨੂੰ ਮਹਾਰਾਜ ਜੀ ਦੀ ਮਹਾਨ ਪਵਿੱਤਰ ਬਾਣੀ ਜੀ ਦਾ ਕੀਰਤਨ ਸਰਵਣ ਕਰਾਇਆ। ਗੁਰਪੁਰਬ ਹੋਵੇ, ਪ੍ਰਕਾਸ਼ ਵਾਲਾ, ਗੁਰਤਾ ਗੱਦੀ ਵਾਲਾ ਜਾਂ ਜੋਤੀ ਜੋਤ ਦਿਨ ਹੋਵੇ, ਇਹ ਕਿਰਪਾ ਲੈਣ ਵਾਲੇ ਦਿਨ ਹੁੰਦੇ ਆ ਸਾਧ ਸੰਗਤ ਜੀ। ਇਸ ਦਿਨ ਗੁਰੂ ਸਾਹਿਬ ਜੀ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ। ਸੋ ਆਪਾਂ ਜੋਤੀ ਜੋਤ ਦੇ ਬਾਰੇ ਵੀ ਬੇਨਤੀ ਕਰਾਂਗੇ। ਪਹਿਲਾਂ ਕੁਝ ਸਮਾਂ ਲੜੀਵਾਰ ਕਥਾ ਵਿੱਚ ਸੁਰਤੀਆਂ ਜੋੜੀਏ। ਸਭ ਸੰਗਤ ਦੋਵੇਂ ਹੱਥ ਜੋੜੋ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਦੀ ਕਥਾ ਕੱਲ ਦੀ ਆਰੰਭ ਹੋਈ ਹੈ। ਕੱਲ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਦੀ ਕਥਾ ਦਾ ਆਰੰਭਤਾ ਵਾਲਾ ਦਿਨ ਸੀਗਾ।
ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਆ। ਸਤਿਗੁਰੂ ਜੀ ਦੀ ਨਿਤ ਦੀ ਕਿਰਿਆ ਵਾਲਾ ਪ੍ਰਸੰਗ ਚੱਲ ਰਿਹਾ। ਮਹਾਰਾਜ ਹਰ ਰੋਜ਼ ਕੀ ਕਰਦੇ ਸਨ? ਕੱਲ ਵੀ ਇੱਕ ਬੇਨਤੀ ਕੀਤੀ ਹੈ। ਧਾਰਮਿਕ ਰਸਤੇ ਉੱਤੇ ਚੱਲਣ ਵਾਸਤੇ ਇੱਕ ਰੂਟੀਨ ਦਾ ਹੋਣਾ ਬਹੁਤ ਜ਼ਰੂਰੀ ਹੈ। ਨਿਤਨੇਮ ਦਾ ਹੋਣਾ ਜ਼ਰੂਰੀ ਹੈ। ਨਿਤਨੇਮ ਦਾ ਮਤਲਬ ਕੇਵਲ 5 ਬਾਣੀਆਂ ਨਹੀਂ ਹੈਗੀਆਂ। ਨਿਤਨੇਮ ਦਾ ਮਤਲਬ ਹੈ ਜੋ ਕੰਮ ਤੁਸੀਂ ਰੋਜ਼ ਨੇਮ ਨਾਲ ਕਰਦੇ ਹੋ, ਰੂਟੀਨ ਨਾਲ ਕਰਦੇ ਹੋ, ਉਹਨੂੰ ਨਿਤਨੇਮ ਕਹਿੰਦੇ ਆ। ਗੁਰੂ ਜੀ ਦਾ ਨਿਤਨੇਮ ਤੁਸੀਂ ਸੁਣ ਰਹੇ ਸੀਗੇ। ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਜਾਗਦੇ ਆ, ਸੌਚ ਇਸ਼ਨਾਨ ਕਰਦੇ ਆ। ਗੁਰੂ ਹਰਿਰਾਏ ਸਾਹਿਬ ਜੀ ਇਸ਼ਨਾਨ ਕਿਵੇਂ ਕਰਦੇ ਆ ਇਹ ਵੀ ਤੁਸੀਂ ਸੁਣਿਆ। 101 ਗਾਗਰ ਦੇ ਨਾਲ ਮਹਾਰਾਜ ਇਸ਼ਨਾਨ ਕਰਦੇ ਆ। ਫਿਰ ਮਹਾਰਾਜ ਨਿੱਜੀ ਸਰੂਪ ਵਿੱਚ ਧਿਆਨ ਜੋੜਦੇ ਆ। ਦਿਨ ਚੜ੍ਹਨ ਤੱਕ ਮਹਾਰਾਜ ਸਮਾਧੀ ਦੇ ਵਿੱਚ ਰਹਿੰਦੇ ਆ। ਫਿਰ ਮਹਾਰਾਜ ਤਿਆਰ ਬਰ ਤਿਆਰ ਹੋ ਕੇ ਬਾਹਰ ਸੰਗਤਾਂ ਦੇ ਦੀਵਾਨ ਵਿੱਚ ਆ ਕੇ ਬੈਠਦੇ ਆ। ਕੁਝ ਸਮਾਂ ਕੀਰਤਨ ਹੁੰਦਾ ਹੈ। ਫਿਰ ਆਰਤੀ ਵਾਲੇ ਸ਼ਬਦਾਂ ਦਾ ਕੀਰਤਨ ਹੁੰਦਾ ਹੈ। ਫਿਰ ਲੰਗਰ ਛਕਦੇ ਆ। ਫਿਰ ਮਹਾਰਾਜ ਆਰਾਮ ਕਰਦੇ ਆ। ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਹਜ਼ਾਰਾਂ ਲੱਖਾਂ ਲੋਕ ਹਰ ਰੋਜ਼ ਆਉਂਦੇ ਹਨ। ਕੱਲ ਇਹ ਪ੍ਰਸੰਗ ਤੁਸੀਂ ਸੁਣਿਆ। ਇਹ ਰੂਟੀਨ ਗੁਰੂ ਜੀ ਦੀ ਰੋਜ਼ ਦੀ ਹੈ। ਹਰ ਰੋਜ਼ ਆਰਾਮ ਤੋਂ ਬਾਅਦ, ਦੁਪਹਿਰ ਤੋਂ ਬਾਅਦ ਤੇ ਸ਼ਾਮ ਤੋਂ ਪਹਿਲਾਂ ਦਾ ਜਿਹੜਾ ਸਮਾਂ ਹੁੰਦਾ ਹੈ, ਮਹਾਰਾਜ ਰੋਜ਼ ਸ਼ਿਕਾਰ ਤੇ ਜਾਂਦੇ ਆ। ਇਹ ਵੀ ਕਥਾ ਤੁਸੀਂ ਕੱਲ ਸੁਣੀ। ਸਾਧ ਸੰਗਤ ਜੀ, ਗੁਰੂ ਸਾਹਿਬਾਨ ਦੇ ਜੀਵਨ ਤੋਂ ਆਪਾਂ ਸਿੱਖਿਆ ਲੈਣੀ ਹੈ। ਮਹਾਰਾਜ ਜੀ ਦੇ ਜੀਵਨ ਤੋਂ ਬੜੀ ਸਿੱਖਿਆ ਮਿਲਦੀ ਹੈ। ਜੇ ਕੋਈ ਰੱਬ ਦਾ ਪਿਆਰਾ ਸਿੱਖਣ ਵਾਲਾ ਹੋਵੇ ਜੀ, ਰੱਬ ਦਾ ਪਿਆਰਾ, ਪਰਮੇਸ਼ਰ ਦਾ ਪਿਆਰਾ ਹੋਰ ਸਿੱਖਣ ਵਾਲਾ ਹੋਵੇ ਨਾ ਜੀ, ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ, ਬਹੁਤ ਕੁਝ ਸਿੱਖਣ ਨੂੰ ਮਿਲਦਾ। ਜੇ ਗੁਰੂ ਸਾਹਿਬ ਖੁਦ ਇੱਕ ਰੂਟੀਨ ਦੇ ਨਾਲ ਚੱਲਦੇ ਆ ਤੇ ਸਾਨੂੰ ਕਿੰਨੀ ਲੋੜ ਹੈਗੀ ਰੂਟੀਨ ਦੀ ਜੀ। ਸਾਨੂੰ ਰੂਟੀਨ ਦੀ ਕਿੰਨੀ ਲੋੜ ਹੈਗੀ ਆ ਜੀ। ਸਿੱਧੀ ਜੀ ਗੱਲ ਹੈਗੀ ਜੀ, ਜਿਸ ਬੰਦੇ ਦਾ ਖਾਣ ਪੀਣ ਦਾ ਟਾਈਮ ਨਹੀਂ ਨਾ ਸਹੀ ਹੈਗਾ ਜੀ, ਉਹ ਛੇਤੀ ਰੋਗੀ ਹੋ ਜਾਂਦਾ ਜੀ। ਉਹਨੂੰ ਰੋਗ ਲੱਗ ਜਾਂਦਾ ਜੀ, ਉਹਨੂੰ ਬਿਮਾਰੀ ਲੱਗ ਜਾਂਦੀ ਜੀ। ਕਿਉਂ? ਖਾਣ ਪੀਣ ਦਾ ਟਾਈਮ ਨਹੀਂ ਇੱਕ ਹੈਗਾ ਜੀ। ਖਾਣ ਪੀਣ ਦਾ ਟਾਈਮ ਨਾ ਇੱਕ ਹੋਣ ਕਰਕੇ ਸਰੀਰ ਵਿੱਚ ਰੋਗ ਲੱਗ ਜਾਂਦਾ। ਤੇ ਰੱਬ ਦੇ ਪਿਆਰੇ ਕੀ ਕਰਦੇ ਜੀ? ਉਹਨਾਂ ਦਾ ਛਕਣ ਦਾ ਵੀ ਇੱਕ ਟਾਈਮ ਹੈਗਾ ਤੇ ਭਜਨ ਦਾ ਵੀ ਇੱਕ ਟਾਈਮ ਹੈਗਾ ਜੀ। ਗੁਰੂ ਜੀ ਕਿਰਪਾ ਕਰਨ। ਆਪ ਜੀ ਮਹਾਰਾਜ ਜੀ ਦੀ ਕਥਾ ਸੁਣ ਰਹੇ ਹੋ ਸਾਰੇ, ਆਪਾਂ ਸਾਰੇ, ਸਾਡੀ ਰੂਟੀਨ ਬਣੇ ਜੀ। ਹੁਣ ਇਹ ਵੀ ਤੇ ਰੂਟੀਨ ਹੈ ਨਾ ਜੀ। ਨੈਟ ਇੰਨੇ ਵਜੇ ਕਥਾ ਸ਼ੁਰੂ ਹੋਏਗੀ ਜੀ। ਹਾਂਜੀ, ਜਦੋਂ ਰੂਟੀਨ ਤੋਂ ਇੱਧਰ ਉੱਧਰ ਹੋਈਏ ਸਾਰੇ ਪਰੇਸ਼ਾਨ ਹੁੰਦੇ ਆ ਜੀ। ਹਾਂਜੀ, ਵੀ ਕੀ ਗੱਲ ਅੱਜ ਰੂਟੀਨ ਦੇ ਵਿੱਚ ਕੰਮ ਨਹੀਂ ਹੋਇਆ ਜੀ। ਇਸੇ ਕਰਕੇ ਮਹਾਰਾਜ ਨੇ ਸਾਡੀ ਬਾਣੀ ਜਿਹੜੀ ਪੜ੍ਹਨੀ ਹੈ ਨਾ, ਇਹਨੂੰ ਨਿਤਨੇਮ ਦਾ ਟਾਈਮ ਦਿੱਤਾ। ਮਹਾਰਾਜ ਨੇ ਨਿਤਨੇਮ ਦਾ ਟਾਈਮ ਦਿੱਤਾ ਜੀ। ਸੋ ਜਿਹੜੇ ਗੁਰਮੁਖਾਂ ਨੇ ਗੁਰੂ ਸਾਹਿਬਾਨ ਦੇ ਜੀਵਨ ਤੋਂ ਸਿੱਖਿਆ ਲਈ ਹੈ, ਉਹ ਬੜੇ ਬੜੇ ਵੱਡੇ ਮਹਾਂਪੁਰਖ ਬਣੇ ਆ ਜੀ। ਫੌਜ ਦੇ ਵਿੱਚ ਬੜੇ ਮਹਾਂਪੁਰਖ ਹੋਏ ਆ ਜੀ। ਉਹ ਕਿਉਂ ਹੋਏ ਆ? ਕਿਉਂਕਿ ਟਾਈਮ ਇੱਕ ਹੈਗਾ ਜੀ, ਸ਼ਡਿਊਲ ਬਣਿਆ ਜੀ, ਇੱਕ ਟਾਈਮ ਬਣਿਆ ਜੀ। ਤੇ ਗੁਰੂ ਸਾਹਿਬ ਜੀ ਦਾ ਤੁਸੀਂ ਸਮਾਂ ਸੁਣਿਆ, ਦੁਪਹਿਰ ਤੱਕ ਦਾ ਸਮਾਂ ਅਜੇ ਸੁਣਿਆ। ਮਹਾਰਾਜ ਵਿਹਲੇ ਨਹੀਂ ਬੈਠਦੇ ਜੀ। ਵਿਹਲੇ ਬਹਿਣ ਨਾਲ ਵਿਕਾਰ ਪੈਦਾ ਹੁੰਦੇ ਆ। ਲੱਗੇ ਰਹਿਣ ਦੇ ਨਾਲ ਸਾਧ ਸੰਗਤ ਜੀ ਵਿਕਾਰ ਨਹੀਂ ਪੈਦਾ ਹੁੰਦੇ। ਚਲੋ ਗੁਰੂ ਸਾਹਿਬ ਤੇ ਬਹੁਤ ਵੱਡੇ ਹੈਗੇ ਜੀ। ਸਤਿਗੁਰੂ ਜੀ ਦੇ ਤੇ ਲਾਗੇ ਵੀ ਵਿਕਾਰ ਨਹੀਂ ਆ ਸਕਦੇ ਜੀ। ਜਿਹੜਾ ਮਹਾਰਾਜ ਦਾ ਨਾਮ ਲਵੇ, ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸਾਂ ਕਰੇ, ਵਿਕਾਰ ਉਹਨਾਂ ਦੇ ਨੇੜੇ ਨਹੀਂ ਆਉਂਦੇ ਤੇ ਗੁਰੂ ਜੀ ਦੇ ਨੇੜੇ ਕਿੱਥੋਂ ਆਉਣੇ ਆ। ਪਰ ਇੱਕ ਸਿੱਧੀ ਜੀ ਗੱਲ ਹੈਗੀ ਹੈ ਜੀ, ਇਹ ਸਿੱਧੀ ਜੀ ਗੱਲ ਹੈਗੀ ਹੈ ਕਿ ਬਿਜ਼ੀ ਰਹਿਣਾ ਜਿਹੜਾ ਹੈ ਨਾ ਜੀ, ਇਹ ਬੜਾ ਜ਼ਰੂਰੀ ਹੈਗਾ ਜੀ। ਆਖੋ ਵਾਹਿਗੁਰੂ। ਆਪਣੇ ਆਪ ਨੂੰ ਬਿਜ਼ੀ ਰੱਖੀਏ,
ਮਹਾਰਾਜ ਜੀ ਦੇ ਨਾਮ 'ਚ ਬੀਜੀ ਰੱਖੀਏ ਜੀ, ਬਾਣੀ ਪੜ੍ਹਨ 'ਚ ਬੀਜੀ ਰੱਖੀਏ, ਸ਼ਡਿਊਲ ਇਹੋ ਜਿਹਾ ਬਣਾਈਏ ਤਾਂ ਕਥਾ ਸੁਣਨ ਦਾ ਜ਼ਿਆਦਾ ਲਾਭ ਹੈ ਜੀ। ਇਹਨੂੰ ਲੈ ਜਾਓ, ਬਾਹਰ ਲੈ ਜਾਓ, ਕਥਾ ਸੁਣਨ ਦਾ ਜ਼ਿਆਦਾ ਲਾਭ ਹੈ ਜੀ। ਹੁਣ ਆਪਾਂ ਅੱਗੋਂ ਕਥਾ ਸੁਣੀਏ। ਮਹਾਰਾਜ ਜੰਗਲ ਵਿੱਚ ਜਾਂਦੇ ਆ, 2200 ਘੋੜਸਵਾਰਾਂ ਦੇ ਨਾਲ ਜਾਂਦੇ ਆ। ਸੱਚੇ ਪਾਤਸ਼ਾਹ ਮਹਾਰਾਜ ਉੱਥੇ ਜਾ ਕੇ ਜਾਨਵਰਾਂ ਨੂੰ ਚੁੱਕ ਕੇ ਲੈ ਕੇ ਆਉਂਦੇ ਆ, ਬਾਅਦ ਵਿੱਚ ਉਹਨਾਂ ਨੂੰ ਮੁੜ ਰੱਖ ਆਉਂਦੇ ਆ ਜੀ। ਇਸ ਤਰੀਕੇ ਨਾਲ ਜਿਹੜੇ ਫੌਜੀ ਰੱਖੇ ਆ ਉਹਨਾਂ ਦੀ ਵੀ ਪ੍ਰੈਕਟਿਸ ਹੁੰਦੀ ਰਹਿੰਦੀ ਹੈ ਜੀ। ਹੁਣ ਆਪਾਂ ਅੱਗੋਂ ਕਥਾ ਸੁਣੀਏ, ਪਿਆਰ ਨਾਲ ਗੱਜ ਕੇ ਸਾਰੀ ਸੰਗਤ ਆਖੋ ਸਤਿਨਾਮ। ਫੇਰ ਆਖੋ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ ਕਾਨਨ ਤੇ ਪੁਨ ਆਏ ਵਿਰਾਜਤ। ਹਾਂਜੀ ਕੇਤਕ ਕਾਲ ਕਥਾ ਕਰਵਾਵੇ। ਹਾਂਜੀ ਸੰਗਤ ਸੰਗਮ ਮੈਂ ਬਹੁ ਸ਼ੋਭਤ। ਆਏ ਰਬਾਬੀ ਸੋ ਰਾਗਨ ਗਾਵੇ। ਸੱਚੇ ਪਾਤਸ਼ਾਹ ਫਿਰ ਜੰਗਲਾਂ ਦੇ ਵਿੱਚੋਂ ਆਉਂਦੇ ਆ, ਜੰਗਲ ਵਿੱਚੋਂ ਆਉਂਦੇ ਗੁਰੂ ਹਰਿਰਾਏ ਸਾਹਿਬ ਜੀ। ਤੇ ਜਦੋਂ ਮਹਾਰਾਜ ਫਿਰ ਆਉਂਦੇ ਆ ਨਾ ਜੀ, ਹੱਥ ਸੁੱਚੇ ਕਰਕੇ, ਚਰਨ ਸੁੱਚੇ ਕਰਕੇ ਮਹਾਰਾਜ ਫਿਰ ਸੰਗਤ ਵਿੱਚ ਆ ਕੇ ਬੈਠਦੇ ਆ ਜੀ। ਹਰ ਰੋਜ਼ ਨੇਮ ਨਾਲ ਮਹਾਰਾਜ ਕਥਾ ਕਰਾਉਂਦੇ ਜੀ। ਗੁਰਬਾਣੀ ਦੀ ਕਥਾ ਹੁੰਦੀ ਹੈ, ਇਤਿਹਾਸ ਦੀ ਕਥਾ ਗੁਰੂ ਜੀ ਦੇ ਦਰਬਾਰ 'ਚ ਹੁੰਦੀ ਹੈ। ਕਾਨਨ ਤੇ ਪੁਨ ਆਏ ਬਿਰਾਜਤ, ਕੇਤਕ ਕਾਲ ਕਥਾ ਕਰਵਾਵੈਂ। ਕੁਝ ਸਮਾਂ ਮਹਾਰਾਜ ਕਥਾ ਕਰਾਉਂਦੇ ਆ ਜੀ, ਵੀ ਭਾਈ ਕਥਾ ਕਰੋ। ਤੇ ਗੁਰੂ ਦੇ ਸਿੱਖ ਬੜੇ ਸਿਆਣੇ ਜੀ, ਜਦੋਂ ਕਥਾ ਹੁੰਦੀ ਨਾ ਜੇ, ਬਿਲਕੁਲ ਸ਼ਾਂਤੀ ਵਰਤੀ ਹੁੰਦੀ ਜੀ। ਬੜੇ ਪ੍ਰੇਮ ਨਾਲ ਸੰਗਤਾਂ ਕਥਾ ਸੁਣਦੀਆਂ ਜੀ। ਹਾਂਜੀ ਸੰਗਤ। ਸੰਗਤ ਸੰਗਮ ਮੈਂ ਬਹੁ ਸ਼ੋਭਤ। ਆਏ ਰਬਾਬੀ ਸੋ ਰਾਗਨ ਗਾਵੇ। ਕਥਾ ਦੀ ਸਮਾਪਤੀ ਤੋਂ ਬਾਅਦ ਰਬਾਬੀ ਸਿੱਖ ਆ ਜਾਂਦੇ ਆ ਜੀ। ਰਬਾਬੀ ਸਿੱਖ ਆ ਕੇ ਬੜੇ ਪਿਆਰ ਨਾਲ ਰਾਗਾਂ ਵਿੱਚ ਸੰਗਤ ਨੂੰ ਕੀਰਤਨ ਸਰਵਣ ਕਰਾਉਂਦੇ ਆ ਜੀ। ਹਾਂਜੀ ਚੌਰ ਟੁਰੈ ਜੁਗ ਔਰ ਤੇ ਉਪਰ। ਸਾਧ ਔ ਸਿੱਧ ਅਨੇਕ ਹੀ ਆਵੇ। ਫਿਰ ਮਹਾਰਾਜ ਜੀ ਦੇ ਸੀਸ ਉੱਤੇ ਚੌਰ ਸਾਹਿਬ ਝੁੱਲਦਾ ਜੀ। ਬੜੇ ਪ੍ਰੇਮ ਨਾਲ ਗੁਰੂ ਦੇ ਸਿੱਖ ਸੇਵਾ ਕਰਦੇ ਆ। ਬਹੁਤ ਸਾਰੇ ਸਿੱਖ ਵੀ ਮਹਾਰਾਜ ਦੇ ਚਰਨਾਂ 'ਚ ਆਉਂਦੇ ਆ ਤੇ ਬੜੇ ਬੜੇ ਸਾਧੂ ਵੀ ਮਹਾਰਾਜ ਦੇ ਚਰਨਾਂ 'ਚ ਆਉਂਦੇ ਆ ਜੀ। ਚੇਤਾ ਰੱਖਿਓ, ਸਾਧੂਆਂ ਦੀ, ਰੱਬ ਦੇ ਪਿਆਰਿਆਂ ਦੀ ਵਡਿਆਈ ਗੁਰੂ ਸਾਹਿਬ ਕਰਕੇ ਹੈਗੀ ਹੈ। ਆਖੋ ਵਾਹਿਗੁਰੂ। ਨਾਮ ਕਰਕੇ ਹੀ ਹੈ ਨਾ, ਤੇ ਗੁਰੂ ਸਾਹਿਬ ਨਾਮ ਦਾ ਰੂਪ ਨੇ ਜੀ। ਸਿੱਖ ਸਾਧੂ ਸਾਰੇ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦੇ ਹਨ। ਮਨ ਹੋ ਅੰਮ੍ਰਿਤ ਕੋ ਵਰਖੈ। ਹਰਖੈ ਗੁਰ ਵਾਕ ਸੁਣੈ ਮਨ ਭਾਵੈ। ਕਥਾ ਸਤਿਗੁਰੂ ਜੀ ਦੇ ਦਰਬਾਰ 'ਚ ਹੁੰਦੀ ਹੈ, ਸਤਿਗੁਰੂ ਜੀ ਦੀ ਹਜ਼ੂਰੀ 'ਚ ਕੀਰਤਨ ਹੁੰਦਾ ਹੈ, ਤੇ ਰੱਬ ਦੇ ਪਿਆਰੇ ਬੜੇ ਪ੍ਰੇਮ ਨਾਲ ਬੈਠ ਕੇ ਸੁਣਦੇ ਆ ਜੀ। ਤੇ ਪਤਾ ਕੀ ਹੁੰਦਾ ਜੀ, ਇਉਂ ਲੱਗਦਾ ਜਿਵੇਂ ਅੰਮ੍ਰਿਤ ਹੀ ਵਰਸ ਰਿਹਾ ਹੋਵੇ ਜੀ, ਅੰਮ੍ਰਿਤ ਦੀ ਵਰਖਾ ਹੀ ਹੋ ਰਹੀ ਹੋਵੇ। ਮਨਮੁਖ ਤੋਂ ਮਨਮੁਖ ਬੰਦਾ ਨਾ ਜੀ, ਜਿਹੜਾ ਚੋਰ ਹੈਗਾ ਜੀ, ਉਹਨੂੰ ਵੀ ਅੰਮ੍ਰਿਤ ਦੀ ਵਰਖਾ ਚੰਗੀ ਲੱਗਦੀ ਜੀ। ਵਰਖਾ ਹੁੰਦੀ ਚੰਗੀ ਲੱਗਦੀ ਹੈ। ਇਸੇ ਤਰ੍ਹਾਂ ਗੁਰੂ ਦੇ ਪਿਆਰੇ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਉਂਦੇ ਤੇ ਬੜੇ ਪ੍ਰੇਮ ਨਾਲ ਕਥਾ ਕੀਰਤਨ ਸੁਣਦੇ ਜੀ। ਹੁਣ ਮਰਿਆਦਾ ਤੇ ਹੈਗੀ ਆ ਜੀ, ਵੀ ਮਹਾਰਾਜ ਜੀ ਦੀ ਹਾਜ਼ਰੀ 'ਚ ਆਉਣਾ, ਪ੍ਰੇਮ ਨਾਲ ਆਉਣਾ, ਕਥਾ ਕੀਰਤਨ ਸੁਣਨੀ। ਤੇ ਵੇਖੋ, ਹਰ ਇੱਕ ਨੂੰ ਆਪਣੇ ਪੋਤਰੇ ਪੋਤਰੀਆਂ ਨਾਲ ਪਿਆਰ ਹੁੰਦਾ ਹੈ। ਅਸੀਂ ਨਹੀਂ ਕਹਿੰਦੇ ਵੀ ਪਿਆਰ ਨਾ ਕਰੋ, ਪਰ ਇੱਥੋਂ ਦਾ ਮਾਹੌਲ ਨਹੀਂ ਵਿਗਾੜਨਾ ਚਾਹੀਦਾ ਜੀ। ਇੱਥੇ ਦਾ ਮਾਹੌਲ ਪਵਿੱਤਰ ਹੁੰਦਾ ਹੈ। ਇੱਥੇ ਕੀ ਪਤਾ ਕਿਹੜਾ ਕਿੰਨੀ ਸੁਰਤ ਜੋੜ ਕੇ ਬੈਠਾ ਜੀ, ਤੇ ਪੋਤਰਾ ਪੋਤਰੀ ਆਵੇ ਤੇ ਸਾਰਿਆਂ ਦੀ ਸੁਰਤੀ ਤੋੜ ਦੇਵੇ। ਤੇ ਜੇ ਭਾਈ ਜੀ ਆਖਣ, ਕਹਿਣ ਜੀ ਤੁਸੀਂ ਕਿਉਂ ਆਖਿਆ, ਤੁਸੀਂ ਸਾਡੇ ਬੱਚੇ ਨੂੰ ਕਿਉਂ ਆਖਿਆ। ਨਹੀਂ ਸਾਧ ਸੰਗਤ ਜੀ, ਸੰਗਤ ਦੀ ਕੋਈ ਮਰਿਆਦਾ ਹੁੰਦੀ ਹੈ। ਇਹ ਸਭ ਕੁਝ ਤੇ ਅਸੀਂ ਸਿੱਖਣਾ। ਸਾਡੇ ਕਰਕੇ
ਜੇ ਕਿਸੇ ਦੀ ਸੁਰਤ ਟੁੱਟਦੀ ਹੈ ਤੇ ਫਿਰ ਗੁਨੇਗਾਰ ਕੌਣ ਹੈ? ਉਹ ਅਸੀਂ ਆ। ਬੱਚੇ ਨੂੰ ਨਹੀਂ ਸਮਝ ਹੈਗੀ, ਬੱਚਾ ਛੋਟਾ ਹੈ, ਉਹਨੇ ਸ਼ਰਾਰਤ ਵੀ ਕਰਨੀ ਹੈ, ਪਰ ਇੱਕ ਗੱਲ ਚੇਤਾ ਰੱਖੋ, ਬੱਚੇ ਕਰਕੇ ਜੇ ਕਿਸੇ ਦੀ ਸੁਰਤੀ ਟੁੱਟਦੀ ਹੈ ਤੇ ਵਿਚਾਰੇ ਬੱਚੇ ਦੇ ਪੁੰਨ ਖਰਾਬ ਹੁੰਦੇ ਆ। ਅਸੀਂ ਸਿਖਾਉਣਾ, ਅਸੀਂ ਸਮਝਾਉਣਾ ਕਿ ਨਾ ਭਾਈ ਬਾਹਰੋਂ ਮੱਥਾ ਟੇਕ ਲਓ, ਮਹਾਰਾਜ ਜੀ ਦੀ ਹਜ਼ੂਰੀ 'ਚ ਕਥਾ ਹੋ ਰਹੀ ਹੈ, ਮਹਾਰਾਜ ਜੀ ਦੀ ਹਜ਼ੂਰੀ 'ਚ ਕੀਰਤਨ ਹੋ ਰਿਹਾ, ਕਿਸੇ ਦੀ ਸੁਰਤ ਨਾ ਟੁੱਟੇ। ਦੁਬਾਰਾ ਪੰਕਤੀ ਪੜੋ। ਮਨ ਹੋ ਅੰਮ੍ਰਿਤ ਕੋ ਬਰਖੈ। ਹੁਣ ਇਸ ਤਰ੍ਹਾਂ ਹੁੰਦਾ ਜਦੋਂ ਕਥਾ ਹੋਵੇ, ਕੀਰਤਨ ਹੋਵੇ, ਭਾਈ ਸੰਤੋਖ ਸਿੰਘ ਜੀ ਕਹਿੰਦੇ ਮਾਨੋ ਅੰਮ੍ਰਿਤ ਦਾ ਮੀਂਹ ਪੈ ਰਿਹਾ ਹੋਵੇ ਜੀ। ਹਾਂਜੀ, ਹਰਖੈ ਗੁਰ ਵਾਕ ਸੁਣੈ ਮਨ ਭਾਵੈ। ਤੇ ਗੁਰੂ ਦੇ ਸਿੱਖ ਬੜੇ ਇਕਾਗਰ ਹੋ ਕੇ, ਮਨ ਇਕਾਗਰ ਕਰਕੇ ਗੁਰੂ ਜੀ ਦੇ ਬਚਨ ਸੁਣਦੇ ਤੇ ਖੁਸ਼ ਹੁੰਦੇ ਆ ਜੀ। ਮਹਾਰਾਜ ਜੀ ਦੇ ਬਚਨ ਸੁਣ ਕੇ ਸੁੱਖ ਮਿਲਦਾ ਉਹਨਾਂ ਨੂੰ। ਹਾਂਜੀ, ਦੇਸ਼ ਵਿਦੇਸ਼ਨ ਤੇ ਮਿਲ ਸੰਗਤ। ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦੀਆਂ, ਕੀਰਤਪੁਰ ਸਾਹਿਬ ਦੀ ਧਰਤੀ ਤੇ। ਬ੍ਰਿੰਦ ਉਪਾਏ ਨ ਲਿਆਵਤ ਹੈ। ਤੇ ਬੇਅੰਤ ਭੇਟਾਵਾਂ ਵੀ ਗੁਰੂ ਸਾਹਿਬ ਵਾਸਤੇ ਲੈ ਕੇ ਆਉਂਦੇ ਜੀ। ਹਾਂਜੀ, ਆਨ ਭਿਖੈ ਸੁਖ ਖਾਨ ਮਹਾਨ ਕੋ। ਤੇ ਗੁਰੂ ਸਾਹਿਬ ਮਹਾਰਾਜ ਗੁਰੂ ਹਰਿ ਰਾਏ ਸਾਹਿਬ ਕੌਣ ਹਨ? ਸੁੱਖਾਂ ਦੀ ਖਾਨ ਹਨ। ਆਖੋ ਵਾਹਿਗੁਰੂ ਵਾਹਿਗੁਰੂ। ਜਿਵੇਂ ਖਾਨ ਚੋਂ ਹੀਰੇ ਮੋਤੀ ਨਿਕਲੀ ਆਉਂਦੇ ਜੀ, ਜਿਹੜੀਆਂ ਖਾਣਾ ਹੁੰਦੀਆਂ ਥੱਲੇ, ਖਾਨਾ ਜਿਹਨੂੰ ਆਪਾਂ ਕਹਿੰਦੇ ਆ, ਉਹਨਾਂ ਚੋਂ ਕਈ ਕੁਛ ਨਿਕਲਦਾ ਜੀ। ਗੁਰੂ ਹਰਿ ਰਾਏ ਸਾਹਿਬ ਜੀ ਕੀ ਹਨ? ਭਾਈ ਸੰਤੋਖ ਸਿੰਘ ਜੀ ਕਹਿੰਦੇ ਮਹਾਰਾਜ ਸੁੱਖਾਂ ਦੀ ਖਾਨ ਹਨ। ਸਾਨੂੰ ਪਤਾ ਲੱਗ ਜੇ ਇਸ ਬੰਦੇ ਕੋਲ ਬਹੁਤ ਹੀ ਸੁੱਖ ਮਿਲੇਗਾ ਜੀ, ਆਪਾਂ ਬਵਾਂਗੇ ਜੀ ਉਹਦੇ ਕੋਲ। ਹਾਂਜੀ, ਤੇ ਗੁਰੂ ਹਰਿ ਰਾਏ ਸਾਹਿਬ ਜੀ ਕੋਲ ਜਿੰਨਾ ਬੈਠੋ ਓਨਾ ਹੀ ਸੁੱਖ ਮਿਲੇਗਾ। ਗੁਰੂ ਗ੍ਰੰਥ ਸਾਹਿਬ ਵੀ ਸੁੱਖਾਂ ਦੀ ਖਾਨ ਨੇ ਜੀ। ਤੁਸੀਂ ਜਿੰਨਾ ਟਾਈਮ ਪਿਆਰਿਓ ਗੁਰੂ ਦੀ ਸੰਗਤ 'ਚ ਬਹੋਗੇ, ਭਾਵੇਂ ਕਿਤੇ ਵੀ ਬਹਿ ਜਾਓ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਬੈਠਿਆਂ ਤੁਹਾਡੇ ਸੁੱਖਾਂ 'ਚ ਵਾਧਾ ਹੋਵੇਗਾ ਹੀ ਹੋਵੇਗਾ ਜੀ, ਕਿਉਂਕਿ ਗੁਰੂ ਜੀ ਸੁੱਖਾਂ ਦੀ ਖਾਨ ਨੇ ਜੀ। ਸੰਗਤਾਂ ਬੜੇ ਪਿਆਰ ਨਾਲ ਸੁੱਖਾਂ ਦੀ ਖਾਨ ਗੁਰੂ ਹਰਿ ਰਾਏ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਹਨ। ਪ੍ਰੇਮ ਕਰੀ ਅਰ ਪਾਵਤ ਹੈ। ਬੜੇ ਪ੍ਰੇਮ ਨਾਲ ਫਿਰ ਬਾਹਰੋਂ ਜੋ ਭੇਟਾਵਾਂ ਲੈ ਕੇ ਆਂਦੀਆਂ ਨਾ ਜੀ, ਉਹ ਬੜੇ ਪ੍ਰੇਮ ਨਾਲ ਭੇਟਾ ਕਰਦੀਆਂ ਸੰਗਤਾਂ। ਮੇਵਰੋ ਹੋਏ ਖਰੋ ਤਬ ਅਗਰ। ਅਰਦਾਸੀਆ ਸਿੱਖ ਸਤਿਗੁਰੂ ਜੀ ਦੇ ਸਾਹਮਣੇ ਖਲੋ ਕੇ ਉਦੋਂ ਫਿਰ ਅਰਦਾਸਾਂ ਕਰਦਾ ਸਾਰਿਆਂ ਦੀਆਂ। ਕਰੈ ਅਰਦਾਸ ਸੁਨਾਵਤ ਹੈ। ਸੱਚੇ ਪਾਤਸ਼ਾਹ ਫਲਾਣੇ ਦੇਸ਼ ਤੋਂ ਆਪ ਜੀ ਦਾ ਸਿੱਖ ਆਪ ਜੀ ਲਈ ਇਹ ਵਸਤੂ ਲੈ ਕੇ ਆਇਆ। ਸੱਚੇ ਪਾਤਸ਼ਾਹ ਜੀ ਦੇ ਅੱਗੇ ਸਿੱਖ ਅਰਦਾਸਾਂ ਕਰਦਾ ਜੀ। ਲੋਚਨ ਜਿਉ ਦਲ ਪੰਕਜ ਕੇ ਸਭ। ਹਾਂਜੀ, ਹੂੰ ਪਰ ਦ੍ਰਿਸ਼ਟ ਚਲਾਵਤ ਹੈ। ਸੱਚੇ ਪਾਤਸ਼ਾਹ ਗਰੀਬ ਨਵਾਜ ਫਿਰ ਆਈਆਂ ਹੋਈਆਂ ਸਾਰੀਆਂ ਸੰਗਤਾਂ ਦੇ ਉੱਤੇ ਆਪਣੀ ਮਿਹਰ ਦੀ ਦ੍ਰਿਸ਼ਟੀ ਪਾਉਂਦੇ ਨੇ ਜੀ। ਆਖੋ ਵਾਹਿਗੁਰੂ। ਫਿਰ ਆਖੋ ਮਿਹਰ ਦੀ ਦ੍ਰਿਸ਼ਟੀ ਪਾਉਂਦੇ, ਆਪਣੀ ਕਿਰਪਾ ਭਰੀ ਦ੍ਰਿਸ਼ਟੀ ਸੱਚੇ ਪਾਤਸ਼ਾਹ ਸਭਨਾਂ ਤੇ ਪਾਉਂਦੇ ਜੀ। ਇਹ ਸ਼ਾਮਾਂ ਦੇ ਦੀਵਾਨ ਦਾ ਸੁਣ ਰਹੇ ਹੋ ਤੁਸੀਂ। ਹਾਂਜੀ, ਕਬਿਤ ਬ੍ਰਿਤ ਹੈ ਅਚਲ ਚਿਤ ਨਿਤ ਸੋ ਸਿੰਘਾਸਨ ਹੈ। ਹਾਂਜੀ, ਸਤਨਾਮ ਸ਼ਤਰ ਝੂਲੇ ਸਹਿਜ ਸੁਭਾਏ ਸੋ। ਸੱਚੇ ਪਾਤਸ਼ਾਹ ਜੀ ਦੀ ਬਿਰਤੀ ਐ ਅਚਲ ਟਿਕੀ ਹੋਈ ਹੈ, ਅਚਲ ਟਿਕੀ ਰਹਿੰਦੀ ਹੈ। ਭਾਈ ਸੰਤੋਖ ਸਿੰਘ ਜੀ ਲਿਖਦੇ, ਕਹਿੰਦੇ ਬ੍ਰਿਤ ਹੈ ਅਚਲ ਚਿਤ, ਬਿਰਤੀ ਅਚਲ ਹੈ ਜੀ, ਸਾਡੀ ਨਹੀਂ ਟਿਕਦੀ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਕਦੀ ਕੋਈ ਫੁਰਨਾ ਆ ਗਿਆ, ਕਦੀ ਕੋਈ ਆ ਗਿਆ, ਟਿਕਦੀ ਨਹੀਂ ਜੀ ਇਹ। ਪਰ ਧੰਨ ਗੁਰੂ ਹਰਿ ਰਾਏ ਸਾਹਿਬ ਜੀ ਦੀ ਸੁਰਤੀ ਟਿਕੀ ਹੋਈ ਹੈ ਜੀ। ਨਿਤ ਸੋ ਸਿੰਘਾਸਨ ਹੈ, ਜਿਹੜੀ ਅਚਲ ਬਿਰਤੀ ਹੈ ਨਾ, ਇਹ ਸਮਝੋ ਮਹਾਰਾਜ ਦਾ ਸਿੰਘਾਸਨ ਹੈ ਜੀ। ਸਿੰਘਾਸਨ ਹੈ ਗੁਰੂ ਸਾਹਿਬ ਦਾ, ਜਿਹੜੀ ਸੁਰਤ ਐ ਟਿਕੀ ਰਹਿੰਦੀ ਹੈ, ਸਮਝੋ ਗੁਰੂ ਜੀ ਦਾ ਆਸਣ ਹੈ ਜੀ। ਤੇ ਸਤਨਾਮ ਛਤਰ ਝੁੱਲੈ ਸਹਿਜ ਸੁਭਾਏ ਸੋ,
ਤੇ ਜਿਹੜਾ ਅੰਦਰ ਬਿਰਤੀ ਦੇ ਪਰਮੇਸ਼ਰ ਦਾ ਨਾਮ ਟਿਕਿਆ ਨਾ ਜੀ, ਉਹ ਸਮਝੋ ਸੋਨੇ ਦਾ ਛਤਰ ਝੁੱਲਣ ਦਿਆ ਜੀ। ਆਖੋ ਵਾਹਿਗੁਰੂ। ਹੁਣ ਇਹ ਹੈ ਭਾਈ ਸੰਤੋਖ ਸਿੰਘ ਜੀ ਨੇ ਪ੍ਰਮਾਣ ਵਰਤੇ ਜੀ। ਸ੍ਰੀ ਗੁਰੂ ਗ੍ਰੰਥ ਸਾਹਿਬ ਤਖਤ ਤੇ ਬੈਠੇ ਆ ਨਾ ਜੀ, ਪੀੜਾ ਸਾਹਿਬ ਸੁਭਾਏਮਾਨ ਹੈ, ਉੱਤੇ ਛਤਰ ਵੀ ਲੱਗਾ ਜੀ। ਕਹਿੰਦੇ ਜਿਹੜੀ ਬਿਰਤੀ ਟਿਕੀ ਹੈ ਸਮਝੋ ਪੀੜਾ ਸਾਹਿਬ ਆ, ਇਹ ਸਮਝੋ ਮਹਾਰਾਜ ਦਾ ਸਿੰਘਾਸਨ ਹੈ। ਤੇ ਜਿਹੜਾ ਸੋਨੇ ਦਾ ਛਤਰ ਝੁੱਲਦਾ ਪਰਮੇਸ਼ਰ ਦਾ ਨਾਮ ਜਪਣਾ ਸਮਝੋ ਛਤਰ ਹੀ ਹੈਗਾ ਜੀ ਇਹ ਜੀ। ਹਾਂਜੀ। ਬ੍ਰਹਮ ਗਿਆਨ ਸੀਸ ਪੈ ਮੁਕਟ ਸੋ ਬਿਰਾਜ ਰਹਿਓ। ਹੁਣ ਸੀਸ ਤੇ ਦਸਤਾਰਾ ਸਜਾਉਣਾ ਮਹਾਰਾਜ ਨੇ। ਕਹਿੰਦੇ ਗੁਰੂ ਹਰਿਰਾਏ ਸਾਹਿਬ ਦੀ ਦਸਤਾਰ ਮੁਕਟ ਕੀ ਹੈ? ਉਹ ਹੈ ਬ੍ਰਹਮ ਗਿਆਨ। ਆਖੋ ਵਾਹਿਗੁਰੂ। ਵਾਹਿਗੁਰੂ। ਬ੍ਰਹਮ ਗਿਆਨ ਮਹਾਰਾਜ ਜੀ ਦੀ ਦਸਤਾਰ ਹੈ, ਗੁਰੂ ਹਰਿਰਾਏ ਸਾਹਿਬ ਜੀ ਦੀ। ਹਾਂਜੀ। ਸੋ ਜਸ ਪਰਮੇਸ਼ਰ ਕੋ ਚਵਰ ਟੁਰਾਏ ਤੇ ਸੋ। ਚੌਰ ਸਾਹਿਬ ਵੀ ਝੁੱਲਦਾ ਨਾ ਜੀ, ਸਤਿਗੁਰੂ ਜੀ ਦੇ ਉੱਤੇ ਚੌਰ ਸਾਹਿਬ ਕਾਹਦਾ ਝੁੱਲਦਾ ਜੀ? ਪਰਮੇਸ਼ਰ ਜੀ ਦਾ ਜਸ ਜੀ, ਪਰਮੇਸ਼ਰ ਦੀਆਂ ਸਿਫਤਾਂ ਦਾ ਜੀ। ਹਾਂਜੀ। ਆਗਿਆ ਹੈ ਭਗਤ ਫਿਰੈ ਸਗਰੇ ਜਗਤ ਬੀਚ। ਹੁਣ ਫਿਰ ਅਗਲੀ ਗੱਲ ਸੁਣੋ। ਰਾਜਾ ਤਖਤ ਤੇ ਬੈਠਦਾ, ਰਾਜੇ ਦੇ ਉੱਤੇ ਚੌਰ ਹੁੰਦਾ, ਰਾਜੇ ਦੇ ਸਿਰ ਤੇ ਮੁਕਟ ਹੁੰਦਾ, ਰਾਜੇ ਦੇ ਸਿਰ ਤੇ ਛਤਰ ਝੁੱਲਦਾ ਜੀ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦੀ ਅਚਲ ਬਿਰਤੀ ਇਹ ਤਖਤ ਹੈਗੀ ਹੈ ਜੀ। ਪਰਮੇਸ਼ਰ ਦਾ ਨਾਮ ਛਤਰ ਹੈਗਾ ਜੀ, ਮੁਕਟ ਬ੍ਰਹਮ ਗਿਆਨ ਹੈ, ਤੇ ਨਾਲ ਹੀ ਪਰਮੇਸ਼ਰ ਦਾ ਜਸ ਇਹ ਚੌਰ ਸਾਹਿਬ ਹੈ। ਤੇ ਹੁਣ ਫਿਰ ਰਾਜੇ ਦੇ ਅੱਗੇ ਹੱਥ ਜੋੜ ਕੇ ਵੀ ਤੇ ਲੋਕ ਖਲੋਤੇ ਹੁੰਦੇ ਆ ਨਾ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਰਾਜੇ ਦੀਆਂ ਤਾਰੀਫਾਂ ਵੀ ਤੇ ਬੜੇ ਲੋਕ ਕਰਦੇ ਆ ਨਾ, ਰਾਜੇ ਦਾ ਹੁਕਮ ਵੀ ਤੇ ਮੰਨਦੇ ਆ ਨਾ ਜੀ, ਰਾਜੇ ਦੇ ਸੇਵਾਦਾਰ ਵੀ ਤੇ ਹੁੰਦੇ ਆ ਨਾ ਜੀ। ਤੇ ਭਾਈ ਸੰਤੋਖ ਸਿੰਘ ਕਹਿੰਦੇ ਆਗਿਆ ਹੈ ਭਗਤ ਫਿਰੈ ਸਗਰੇ ਜਗਤ ਬੀਚ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਆਗਿਆ 'ਚ ਭਗਤੀ ਫਿਰ ਰਹੀ ਹੈ, ਭਗਤੀ ਫਿਰ ਰਹੀ ਹੈ ਸਾਰੇ ਸੰਸਾਰ 'ਚ। ਉਹ ਮਿਲਦੀ ਕਿਹਨੂੰ ਐ? ਅਗ ਤਿਨ ਗਤ ਦਿਨ ਪਰਮ ਪਸਾਏ ਸੋ। ਤੇ ਮਿਲਦੀ ਹੈ ਗੁਰੂ ਹਰਿਰਾਏ ਸਾਹਿਬ ਜੀ ਦੇ ਸੇਵਕਾਂ ਨੂੰ, ਸੇਵਕਾਂ ਨੂੰ ਮਿਲਦੀ ਹੈ। ਤੇ ਫਿਰ ਕਹਿੰਦੇ ਆ ਅਗਤਨ ਗਤ ਦੇਨ ਪਰਮ ਪਸਾਏ ਸੋ। ਜਿਹੜੇ ਫਿਰ ਮਹਾਰਾਜ ਜੀ ਦੇ ਨਾਲ ਪਰਮ ਪ੍ਰੇਮ ਕਰਦੇ ਆ, ਭਾਵੇਂ ਉਹਨਾਂ ਦੀ ਨਹੀਂ ਵੀ ਗਤੀ ਹੋਣੀ ਹੁੰਦੀ, ਗੁਰੂ ਹਰਿਰਾਏ ਸਾਹਿਬ ਜੀ ਦੀ ਕਿਰਪਾ ਨਾਲ ਉਹਨਾਂ ਦੀ ਗਤੀ ਹੋ ਜਾਂਦੀ ਹੈ। ਆਖੋ ਸ੍ਰੀ ਵਾਹਿਗੁਰੂ। ਗੱਲ ਥੋੜੀ ਜਿਹੀ ਡੂੰਘੀ ਹੈ, ਪਰ ਹੋ ਸਕਦਾ ਕੁਛ ਤੁਹਾਡੀ ਸਮਝ 'ਚ ਆ ਗਈ ਹੋਵੇ ਜੀ। ਕੋਈ ਗੱਲ ਨਹੀਂ, ਮੈਂ ਫਿਰ ਦੁਹਰਾ ਦੇਣਾ ਜੀ। ਕੋਈ ਰਾਜਾ ਹੈ, ਉਸ ਰਾਜੇ ਦਾ ਤਖਤ ਹੁੰਦਾ ਹੈ, ਉਹਦੇ ਉੱਤੇ ਛਤਰ ਹੁੰਦਾ ਹੈ, ਉਹਦਾ ਚੌਰ ਹੁੰਦਾ ਹੈ, ਉਹਦਾ ਮੁਕਟ ਹੁੰਦਾ ਹੈ। ਇਹ ਰਾਜ ਭਾਗ ਦੀਆਂ ਨਿਸ਼ਾਨੀਆਂ ਨੇ ਜੀ। ਉਹ ਕਾਹਦਾ ਰਾਜਾ ਜਿਹਦਾ ਤਖਤ ਹੀ ਨਹੀਂ ਹੈਗਾ? ਉਹ ਕਾਹਦਾ ਰਾਜਾ ਜਿਹਦਾ ਮੁਕਟ ਹੀ ਨਹੀਂ ਸਿਰ ਤੇ ਹੈਗਾ? ਕੋਈ ਪਹਿਲੇ ਸਮੇਂ 'ਚ ਜਿਹੜੇ ਰਾਜੇ ਹੁੰਦੇ ਸੀ ਨਾ, ਉਹਨਾਂ ਦੇ ਸਿਰ ਤੇ ਮੁਕਟ ਰੱਖਿਆ ਜਾਂਦਾ ਸੀਗਾ ਜਦੋਂ ਉਹ ਰਾਜ ਗੱਦੀ ਤੇ ਬੈਠਦੇ ਸਨ। ਉਹ ਕਾਹਦਾ ਰਾਜਾ ਜਿਹਦੇ ਸਿਰ ਤੇ ਮੁਕਟ ਹੀ ਨਹੀਂ ਹੈਗਾ? ਹੁਣ ਸੁਣੋ, ਬੰਦੇ ਗੁਰੂ ਤੇ ਬਣਨ ਨੂੰ ਫਿਰਦੇ ਆ, ਉਹ ਕਾਹਦੇ ਗੁਰੂ? ਜਿਨ੍ਹਾਂ ਦੀ ਬਿਰਤੀ ਨਹੀਂ ਟਿਕੀ ਹੋਈ। ਉਹ ਕਾਹਦੇ ਗੁਰੂ? ਜਿਨ੍ਹਾਂ ਕੋਲ ਸਤਿਨਾਮ ਹੀ ਨਹੀਂ ਹੈਗਾ। ਉਹ ਕਾਹਦੇ ਗੁਰੂ ਹੈ? ਜਿਨ੍ਹਾਂ ਕੋਲ ਬ੍ਰਹਮ ਗਿਆਨ ਦੀ ਪੱਗ ਹੀ ਨਹੀਂ ਹੈਗੀ। ਤੇ ਉਹ ਕਾਹਦੇ ਗੁਰੂ ਹੈ? ਜਿਨ੍ਹਾਂ ਕੋਲ ਪਰਮੇਸ਼ਰ ਦੇ ਜਸ ਦਾ ਚੌਰ ਹੀ ਨਹੀਂ ਹੈਗਾ। ਆਖੋ ਵਾਹਿਗੁਰੂ। ਉਹ ਕਾਹਦੇ ਗੁਰੂ ਹੈ? ਜਿਹਦੀ ਆਗਿਆ 'ਚ ਭਗਤੀ ਨਹੀਂ ਹੈਗੀ। ਸਤਿਗੁਰੂ ਦੇ ਪਿਆਰੇ ਵੀ ਐਸੇ ਹੋਏ ਆ ਜਿਨ੍ਹਾਂ ਦੇ ਹੁਕਮ 'ਚ ਭਗਤੀ ਰਹਿੰਦੀ ਜੇ। ਜਿਹਦੇ ਬਾਰੇ ਕਹਿ ਦੇਣ, ਭਗਤੀ ਉਹਨਾਂ ਦੇ ਕੋਲ ਚਲੇ ਜਾਂਦੀ ਜੀ, ਭਗਤੀ ਉਹਨਾਂ ਦੇ ਹਿਰਦੇ 'ਚ ਵਸ ਜਾਂਦੀ ਜੀ। ਕਹਿਣਾ ਸੌਖਾ ਹੈ ਭਗਤੀ ਭਗਤੀ ਭਗਤੀ, ਪਰ ਚੇਤਾ ਰੱਖਿਓ, ਜਿੰਨਾ ਚਿਰ ਸਾਡੇ ਕੋਲ ਭਗਤੀ ਨਹੀਂ ਨਾ ਹੁੰਦੀ,
ਉਹਨਾਂ ਚਿਰ ਤੱਕ ਯਤਨ ਕਰਨਾ ਪੈਂਦਾ ਹੈ। ਜਦੋਂ ਭਗਤੀ ਦੀ ਦਾਤ ਮਿਲ ਗਈ ਨਾ ਜੀ, ਫਿਰ ਨਹੀਂ ਯਤਨ ਕਰਨਾ ਪੈਣਾ, ਫਿਰ ਆਪੇ ਹੀ ਬਾਣੀ ਪੜ੍ਹੀ ਜਾਣੀ ਜੀ, ਆਪੇ ਹੀ ਨਾਮ ਜਪੀ ਜਾਣੇ। ਆਖੋ ਵਾਹਿਗੁਰੂ। ਅਜੇ ਤੇ ਥੋੜਾ ਟਾਈਮ ਜੀ ਕਰਦਾ, ਤੇ ਫਿਰ ਜੀ ਕਰਦਾ ਹਟ ਜੀਏ, ਬੜਾ ਆ, ਘੰਟਾ ਸਵਾ ਘੰਟਾ ਲਾ ਲਿਆ ਬਹੁਤ ਹੈ। ਅਜੇ ਆਪਣਾ ਇਹ ਹਾਲ ਹੈ। ਪਰ ਜਿਨ੍ਹਾਂ ਨੂੰ ਸਤਿਗੁਰੂ ਭਗਤੀ ਦੇ ਦਿੰਦੇ ਨਾ, ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆਵੈ ਸੇ, ਜਿਨ੍ਹਾਂ ਨੂੰ ਭਗਤੀ ਦੇ ਦਿੰਦੇ ਫਿਰ ਉਹ ਹਟਦੇ ਨਹੀਂ ਜੀ। ਇਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ, ਏਕ ਬਸਤ ਦੀਜੈ ਕਰ ਮਇਆ, ਗੁਰ ਪ੍ਰਸਾਦ ਨਾਮ ਜਪ ਲਿਆ। ਮਹਾਰਾਜ ਇੱਕ ਵਸਤੂ ਦੇ ਦਿਓ ਬਸ। ਉਹ ਕਿਹੜੀ ਹੈ? ਉਹ ਹੈ ਭਗਤੀ। ਇਹ ਸਾਰੀਆਂ ਦਾਤਾਂ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਰਹਿੰਦੀਆਂ ਹਨ। ਸਾਰੇ ਸਦ ਗੁਣ ਸੰਗ ਬਾਹੇ ਨੇ ਵਿਸਾਲ ਬਲ। ਹੁਣ ਜਿੰਨੇ ਗੁਣ ਨੇ ਗੁਰੂ ਹਰਿਰਾਏ ਸਾਹਿਬ ਜੀ ਦੇ, ਉਹ ਸਤਿਗੁਰਾਂ ਦੀਆਂ ਫੌਜਾਂ ਨੇ। ਆਖੋ ਵਾਹਿਗੁਰੂ। ਇੱਕ ਤੇ ਬਾਹਰੀ ਫੌਜ ਹੈ ਨਾ, 2200 ਘੋੜਸਵਾਰ ਮੇਰੇ ਸਤਿਗੁਰੂ ਨੇ ਰੱਖਿਆ, ਗੁਰੂ ਹਰਿਰਾਏ ਸਾਹਿਬ ਨੇ। ਕਿੰਨੀ ਫੌਜ ਰੱਖੀ ਹੈ? 2200 ਘੋੜਸਵਾਰ। ਇਹ ਬਾਹਰ ਦੀ ਫੌਜ ਹੈ। ਪਿਆਰਿਓ, ਸੱਚੇ ਪਾਤਸ਼ਾਹ ਚ ਬੇਅੰਤ ਗੁਣ ਨੇ ਜੀ। ਬੇਅੰਤਾ ਬੇਅੰਤ ਗੁਣ ਤੇਰੇ। ਤੇ ਜਿੰਨੇ ਮਹਾਰਾਜ ਦੇ ਗੁਣ ਆ ਨਾ, ਉਹ ਸਾਰੀ ਸਤਿਗੁਰੂ ਦੀ ਫੌਜ ਹੈ ਜੀ। ਸਾਰੇ ਸਦ ਗੁਣ ਸੰਗ ਬਾਹਾਨੀ ਵਿਸਾਲ ਬਲ। ਬੜੇ ਬਲ ਵਾਲੀ ਫੌਜ ਹੈ ਮਹਾਰਾਜ ਦੀ। ਹਾਂਜੀ। ਮਹਾਰਾਜ ਰਾਜ ਰਾਜੇ ਗੁਰੂ ਹਰਿ ਰਾਏ ਸੋ। ਕਹਿੰਦੇ ਇਸ ਤਰੀਕੇ ਨਾਲ ਮਹਾਰਾਜੇ ਨੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਕੋਲ ਤਖਤ ਵੀ ਹੈ, ਮੁਕਟ ਵੀ ਹੈ, ਚੌਰ ਵੀ ਹੈ, ਛਤਰ ਵੀ ਹੈ, ਫੌਜਾਂ ਵੀ ਹੈ। ਸ੍ਰੀ ਗੁਰੂ ਹਰਿਰਾਏ ਸਾਹਿਬ ਸੱਚੇ ਮਹਾਰਾਜੇ ਹਨ। ਆਖੋ ਸ੍ਰੀ ਮਹਾਰਾਜ ਸੱਚੇ ਮਹਾਰਾਜੇ ਹਨ। ਹਾਂਜੀ। ਸਵਈਆ ਸਾਰਬ ਭੌਮ ਜਥਾ ਪਹਿਰੇ ਨਵ, ਪੋਸ਼ਿਸ਼ ਕੋ ਕਰ ਤਿਆਗ ਪੁਰਾਨੀ। ਹਾਂਜੀ। ਤਯੋ ਪ੍ਰਭ ਸਾਤਮ ਰੂਪ ਤਰਿਓ ਇੱਕ, ਜੋਤ ਮਹਾ ਸਗਰੇ ਜਗ ਜਾਨੀ। ਹੁਣ ਭਾਈ ਸੰਤੋਖ ਸਿੰਘ ਜੀ ਅੱਗੇ ਲਿਖਦੇ, ਕਹਿੰਦੇ ਜਿਵੇਂ ਸੂਰਜ ਹਰ ਮਹੀਨੇ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਪ੍ਰਵੇਸ਼ ਹੋ ਜਾਂਦਾ ਜੀ। ਸੂਰਜ ਦਾ ਸੁਭਾਅ ਹੈ ਜੀ। ਸੂਰਜ ਇੱਕ ਰਾਸ ਤੋਂ ਦੂਜੀ ਰਾਸ ਵਿੱਚ ਅੱਗੇ ਚਲੇ ਜਾਂਦਾ ਜੀ। ਪਰ ਰਾਸ ਬਦਲਦੀ ਹੈ, ਸੂਰਜ ਨਹੀਂ ਬਦਲਦਾ। ਆਖੋ ਵਾਹਿਗੁਰੂ। ਹਰ ਰੋਜ਼ ਸੋਹਿਲਾ ਸਾਹਿਬ 'ਚ ਤੁਸੀਂ ਪੜ੍ਹਦੇ ਹੋ, ਸੂਰਜ ਇੱਕੋ ਰੁੱਤ ਅਨੇਕ। ਰੁੱਤਾਂ ਬਦਲਦੀਆਂ ਨੇ, ਸੂਰਜ ਉਹੋ ਹੀ ਰਹਿੰਦਾ ਹੈ। ਕਹਿੰਦੇ ਮਹਾਰਾਜ ਦੇ ਸਰੀਰ ਬਦਲੇ, ਗੁਰੂ ਨਾਨਕ ਸਾਹਿਬ ਜੀ ਦੇ ਜੋਤ ਉਹੋ ਹੀ ਰਹੀ ਹੈ ਜੀ। ਸਰੀਰ ਬਦਲਿਆ, ਗੁਰੂ ਹਰਗੋਬਿੰਦ ਸਾਹਿਬ ਤੋਂ ਗੁਰੂ ਹਰਿਰਾਏ ਸਾਹਿਬ ਹੋ ਗਏ ਆ। 7ਵਾਂ ਸਰੀਰ ਲੈ ਲਿਆ ਹੈ, ਪਰ ਜੋਤ ਉਹੋ ਹੀ ਹੈ। ਸੇਵਕ ਕੋਟ ਨਿਹਾਲ ਕਰ, ਗਿਣਤੀ ਕਛ ਨਾਹੇ ਨਹੀਂ ਇਹ ਛਾਨੀ। ਅਨੇਕਾਂ ਸੇਵਕ ਗੁਰੂ ਹਰਿਰਾਏ ਸਾਹਿਬ ਜੀ ਨੇ ਨਿਹਾਲ ਕੀਤੇ ਜੀ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਨਿਹਾਲ ਕੀਤੇ ਨਾ ਜੀ, ਉਵੇਂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਅਨੇਕਾਂ ਸੇਵਕ ਨਿਹਾਲ ਕੀਤੇ। ਸ੍ਰੀ ਹਰਿਰਾਏ ਸਹਾਏ ਸਦਾ ਜਮ, ਹਾਂਜੀ। ਤੇ ਛੁਟਕਾਏ ਸੋ ਦੇਹ ਨਿਰਬਾਨੀ। ਸ੍ਰੀ ਹਰਿਰਾਏ ਸਹਾਏ ਸਦਾ। ਧੰਨ ਗੁਰੂ ਹਰਿਰਾਏ ਸਾਹਿਬ ਜੀ। ਗੱਜ ਕੇ ਕਹੋ। ਫੇਰ ਆਖੋ ਸਾਰੇ, ਧੰਨ ਧੰਨ ਸ੍ਰੀ ਗੁਰੂ, ਧੰਨ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਸਦਾ ਸਹਾਇਤਾ ਕਰਦੇ ਹਨ। ਕਿਹਦੀ ਸਹਾਇਤਾ ਕਰਦੇ ਆ? ਕਿਹੜੀ ਸਹਾਇਤਾ ਕਰਦੇ ਆ? ਜਮ ਤੇ ਛੁਡਾਏ ਸੋ ਦੇਹ ਨਿਰਬਾਨੀ। ਜਿਹੜਾ ਗੁਰੂ ਹਰਿਰਾਏ ਸਾਹਿਬ ਜੀ ਦਾ ਨਾਮ ਲੈਂਦਾ ਨਾ ਜੀ, ਜਮ ਉਹਦੇ ਨੇੜੇ ਨਹੀਂ ਆਉਂਦਾ ਜੀ। ਫਿਰ ਗੱਜ ਕੇ ਕਹਿ ਦਿਓ, ਧੰਨ ਧੰਨ ਸ੍ਰੀ ਗੁਰੂ, ਧੰਨ ਧੰਨ ਸ੍ਰੀ ਗੁਰੂ।
ਦੇ ਨਿਰਬਾਨੇ, ਨਿਰਬਾਨ ਪਦ ਬਖਸ਼ਿਸ਼ ਕਰਦੇ ਮਹਾਰਾਜ। ਇੰਨੇ ਵੱਡੇ ਤੇ ਗੁਰੂ ਹਰਿ ਰਾਏ ਸਾਹਿਬ ਜੀ। ਹਾਂਜੀ। ਜਿਉ ਇੱਕ ਰਾਸ ਕੋ ਸੂਰਜ ਭੋਗ ਕੈ, ਸਯਤਨ ਤਿਆਗ ਲਹੇ ਥਿਤ ਆਦਿ। ਹਾਂਜੀ। ਔਰ ਅਰੂਢ ਕੈ ਪੂਰ ਅੰਧੇਰ ਕੋ, ਦੂਰ ਕਰੈ ਹੋਏ ਜੀਵਨ ਸ਼ਾਦੀ। ਵਾਹਿਗੁਰੂ ਜਿਵੇਂ ਪਹਿਲਾ ਪ੍ਰਮਾਣ ਸੀ, ਜਿਵੇਂ ਰਾਜਾ ਕੱਪੜੇ ਬਦਲਦਾ, ਪਰ ਰਾਜਾ ਤੇ ਰਾਜਾ ਹੀ ਰਹਿੰਦਾ ਨਾ। ਜੋਤ ਗੁਰੂ ਨਾਨਕ ਸਾਹਿਬ ਜੀ ਦੀ ਹੈ, ਕੱਪੜਾ ਸਤਵਾਂ ਪਾ ਲਿਆ ਜੀ। ਜਿਵੇਂ ਸੂਰਜ ਰਾਸ ਬਦਲਦਾ, ਪਰ ਸੂਰਜ ਤੇ ਸੂਰਜ ਹੀ ਰਹਿੰਦਾ ਨਾ ਜੀ। ਜੋਤ ਗੁਰੂ ਨਾਨਕ ਸਾਹਿਬ ਜੀ ਦੀ ਹੈ, ਬਸ ਫਰਕ ਹੀ ਪਿਆ ਜੀ। ਅੱਗੇ ਸਰੀਰ ਹੋਰ ਸੀ, ਹੁਣ ਸਰੀਰ ਹੋਰ ਹੈ, ਜੋਤ ਉਹੀ ਹੈ। ਹਾਂਜੀ। ਤਿਉ ਗੁਰ ਸਾਤਵੋਂ ਬੈਠ ਸੁਭਿਓ। ਇਸੇ ਤਰ੍ਹਾਂ ਭਾਈ ਸਤਵੇਂ ਪਾਤਸ਼ਾਹ ਹੁਣ ਗੱਦੀ ਸਾਹਿਬ ਤੇ ਬੈਠੇ ਹਨ। ਦੁੱਤ ਦੇਵਨ ਕੋ ਗੁਰਤਾ ਗਰਬਾਦੀ। ਕਹਿੰਦੇ ਸੰਗਤਾਂ ਨੂੰ ਦੁੱਖ ਦੂਰ ਕਰਨ ਵਾਸਤੇ, ਸੰਗਤਾਂ ਦੇ ਸੁੱਖ ਦੇਣ ਲਈ ਮਹਾਰਾਜ ਗਰੀਬ ਨਵਾਜ ਬੈਠੇ ਹਨ। ਸ਼੍ਰੀ ਸਤਨਾਮ ਪ੍ਰਕਾਸ਼ ਧਰੈ ਸੁਖ, ਗਿਆਨ ਕੋ ਦੇ ਜਗ ਕੀਨ ਆਬਾਦੀ। ਧੰਨ ਗੁਰੂ ਹਰਿ ਰਾਏ ਸਾਹਿਬ ਨੇ ਪਰਮੇਸ਼ਰ ਦੇ ਨਾਮ ਦਾ ਪ੍ਰਕਾਸ਼ ਕੀਤਾ। ਭਾਈ ਸੰਤੋਖ ਸਿੰਘ ਕਹਿੰਦੇ ਹੁਣ ਸਤਵੇਂ ਪਾਤਸ਼ਾਹ ਦੀ ਕਥਾ ਆਰੰਭ ਹੋਈ ਹੈ। ਅੱਗੇ ਸਾਰੇ ਉਹ ਪ੍ਰਸੰਗ ਆਉਣਗੇ, ਕਿਵੇਂ ਮਹਾਰਾਜ ਗਿਆਨ ਬਖਸ਼ਿਸ਼ ਕਰਦੇ ਹਨ, ਪਰਮੇਸ਼ਰ ਦੇ ਵਿੱਚ ਰੱਬ ਦੇ ਭਗਤਾਂ ਨੂੰ ਕਿਵੇਂ ਆਬਾਦ ਕੀਤਾ ਸੱਚੇ ਪਾਤਸ਼ਾਹ ਨੇ। ਹਾਂਜੀ। ਸੰਗਤ ਕੋ ਉਪਦੇਸ਼ਤ ਹੈ। ਧੰਨ ਗੁਰੂ ਹਰਿ ਰਾਏ ਸਾਹਿਬ ਜੀ ਸੰਗਤ ਵਿੱਚ ਬੈਠ ਕੇ ਸੰਗਤਾਂ ਨੂੰ ਇੰਜ ਉਪਦੇਸ਼ ਦਿੰਦੇ ਹਨ। ਸਤ ਨਾਮ ਭਜੋ ਭਗਤੀ ਉਰ ਧਾਰੋ। ਆਖੋ ਸ੍ਰੀ ਵਾਹਿਗੁਰੂ। ਸਤ ਨਾਮ ਭਜੋ ਭਗਤੀ ਉਰ ਧਾਰੋ। ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ, ਪਰਮੇਸ਼ਰ ਦਾ ਨਾਮ ਜਪਿਆ ਕਰੋ ਤੇ ਭਗਤੀ ਨੂੰ ਇੱਥੇ ਟਿਕਾਓ, ਆਪਣੇ ਹਿਰਦੇ 'ਚ ਟਿਕਾਓ। ਇਹਦਾ ਵਿਆਖਿਆ ਜਿੰਨੀ ਮਰਜ਼ੀ ਕਰ ਲਈਏ ਜੀ। ਪਰਮੇਸ਼ਰ ਦਾ ਨਾਮ ਭਜਿਆ ਕਰੋ। ਵਾਹਿਗੁਰੂ 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 ਵਾਹਿਗੁਰੂ। ਭਗਤੀ ਉਰ ਧਾਰੋ, ਆਪਣੇ ਹਿਰਦੇ 'ਚ ਭਗਤੀ ਟਿਕਾਓ, ਭੈ ਟਿਕਾਓ ਪਰਮੇਸ਼ਰ ਦਾ, ਗਿਆਨ ਟਿਕਾਵੋ, ਤਿਆਗ ਟਿਕਾਵੋ, ਭਗਤੀ ਨੂੰ ਧਾਰਨ ਕਰੋ। ਭੱਬੇ ਤੋਂ ਭੈ, ਗੱਗੇ ਤੋਂ ਗਿਆਨ, ਤੱਤੇ ਤੋਂ ਤਿਆਗ। ਇਹ ਗੁਣ ਨੇ ਜੀ ਸਾਰੇ ਭਗਤ ਦੇ। ਮਾਨੁਖ ਦੇਹ ਦੁਲੰਭ ਲਹੋ। ਪਰਮੇਸ਼ਰ ਨੇ ਕਿਰਪਾ ਕੀਤੀ ਹੈ, ਇਹ ਮਨੁੱਖਾ ਸਰੀਰ ਬਖਸ਼ਿਸ਼ ਕੀਤਾ। ਗੁਰੂ ਹਰਿ ਰਾਏ ਸਾਹਿਬ ਜੀ ਕਹਿ ਰਹੇ, ਆਖੋ ਵਾਹਿਗੁਰੂ। ਮਾਨੁਖ ਦੇਹ ਦੁਲੰਭ ਲਹੋ, ਇਹ ਮਨੁੱਖਾ ਸਰੀਰ ਬੜਾ ਦੁਰਲੱਭ ਹੈ, ਇਹਨੂੰ ਸਮਝ ਲਵੋ। ਵਿਸ਼ਿਆਨ ਵਿਖੈ ਇਸ ਕੋ ਨਹਿ ਹਾਰੋ। ਭਾਈ ਪਿਆਰਿਓ, ਵਿਸ਼ੇ ਵਿਕਾਰਾਂ ਵਿੱਚ ਪੈ ਕੇ ਮਨੁੱਖਾ ਜਨਮ ਨਾ ਹਾਰੋ। ਮਨੁੱਖਾ ਜਨਮ ਬਹੁਤ ਕੀਮਤੀ ਹੈ। ਲੋਕੀ ਨਿੱਕੀਆਂ ਨਿੱਕੀਆਂ ਲਾਈਨਾਂ ਲਿਖ ਕੇ ਨੈਟ ਤੇ ਪਾਉਂਦੇ ਰਹਿੰਦੇ ਜੀ, ਇੱਕ ਦੂਜੇ ਨੂੰ ਗਿਆਨ ਦੇਣ ਲਈ, ਪਰ ਮੰਨਦਾ ਕੋਈ ਬਿਰਲਾ ਹੀ ਹੈ। ਕਹਿੰਦੇ ਰੱਬ ਨੇ ਤੇ ਜ਼ਿੰਦਗੀ ਜਿਉਣ ਲਈ ਦਿੱਤੀ ਸੀ, ਬੰਦੇ ਨੇ ਸੋਚਾਂ ਸੋਚ ਕੇ ਹੀ ਖਰਾਬ ਕਰ ਲਈ ਜੀ। ਜ਼ਿੰਦਗੀ ਨੂੰ ਜੀਵਿਆ ਹੀ ਨਹੀਂ। ਸਵੇਰੇ ਉੱਠਦੇ ਹੋ, ਪਰਮੇਸ਼ਰ ਦਾ ਸ਼ੁਕਰ ਕਰਿਆ ਕਰੋ। ਹੇ ਵਾਹਿਗੁਰੂ, ਤੇਰਾ ਸ਼ੁਕਰ ਹੈ ਅੱਜ ਦਾ ਦਿਨ ਫਿਰ ਵੇਖਣ ਨੂੰ ਮਿਲਿਆ ਹੈ। ਰਾਤ ਸੌਂਦੇ ਹੋ, ਮਨ ਵਿੱਚ ਪਰਮੇਸ਼ਰ ਦਾ ਸ਼ੁਕਰ ਕਰਿਆ ਕਰੋ। ਪਰ ਸੋਚਦਾ ਹੀ ਬੰਦਾ ਸੌਂ ਜਾਂਦਾ ਤੇ ਉੱਠਦਿਆਂ ਸਾਰ ਫਿਰ ਸੋਚਾਂ ਸ਼ੁਰੂ ਹੋ ਜਾਂਦੀਆਂ ਜੀ। ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਨਹੀਂ ਕਰਨਾ, ਵਿਸ਼ਿਆਂ ਵਿੱਚ ਇਹਨੂੰ ਹਾਰਨਾ ਨਹੀਂ ਹੈ। ਇਸ ਜਨਮ ਨੂੰ ਕੂਰ ਪਦਾਰਥ ਜਾਨ ਆਕਾਰਤ। ਇਹ ਸਭ ਪਦਾਰਥ ਗੁਰੂ ਹਰਿ ਰਾਏ ਸਾਹਿਬ ਕਹਿੰਦੇ ਝੂਠੇ ਆ, ਇਹਨਾਂ ਨੂੰ ਵਿਅਰਥ ਜਾਣੋ। ਸਵਾਰਥ ਆਪਣੋ ਨੀਕ ਵਿਚਾਰੋ। ਸਵਾਰਥੀ ਬਣੋ, ਸਵਾਰਥੀ। ਆਖੋ ਵਾਹਿਗੁਰੂ। ਵਾਹਿਗੁਰੂ।
ਆਪਾਂ ਸਵਾਰਥੀ ਦਾ ਅਰਥ ਮਤਲਬੀ ਵੀ ਕਰਦੇ ਨੇ ਵੀ ਇਹ ਬੰਦਾ ਤੇ ਸਵਾਰਥੀ ਹੈਗਾ, ਇਹ ਤੇ ਬੰਦਾ ਮਤਲਬੀ ਹੈ। ਮਹਾਰਾਜ ਕਹਿੰਦੇ ਸਵਾਰਥੀ ਬਣੋ। ਸਵਾਰਥ ਦਾ ਅਰਥ ਹੁੰਦਾ ਹੈ ਆਪਣੇ ਆਉਣ ਦਾ ਅਰਥ ਸਮਝ ਲੈਣਾ, ਆਪਣਾ ਭਲਾ ਸਮਝਣਾ। ਆਪਣਾ ਭਲਾ ਸਮਝੋ, ਸਵਾਰਥ ਆਪਣਾ ਨੀਕ ਵਿਚਾਰੋ, ਆਪਣਾ ਸਵਾਰਥ ਚੰਗੀ ਤਰ੍ਹਾਂ ਸਮਝੋ। ਸਵਾਰਥ ਕੀ ਹੈ? ਗਿਆਨ ਕੋ ਪਾਏ ਨਿਦਾਨ ਲਹੋ ਜਗ। ਕਹਿਣ ਲੱਗੇ ਪਰਮੇਸ਼ਰ ਦੇ ਗਿਆਨ ਦੀ ਪ੍ਰਾਪਤੀ ਕਰੋ, ਉਹਦਾ ਨਾਮ ਜਪੋ, ਸੁਖ ਪ੍ਰਾਪਤ ਕਰੋ। ਆਪ ਤਰੋ ਪਿਤਰਾਨ ਕੋ ਤਾਰੋ। ਧੰਨ ਗੁਰੂ ਹਰਿਰਾਏ ਸਾਹਿਬ ਸੰਗਤਾਂ ਨੂੰ ਉਪਦੇਸ਼ ਦਿੰਦੇ, ਆਪ ਵੀ ਤਰੋ, ਆਪਣੇ ਪਿਤਰਾਂ ਨੂੰ ਵੀ ਤਾਰੋ ਨਾਮ ਨਾਲ। ਵਾਹਿਗੁਰੂ 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 ਵਾਹਿਗੁਰੂ। ਜਪੋ ਵਾਹਿਗੁਰੂ ਵਾਹਿਗੁਰੂ। ਇਹ ਨਾਮ ਕਿੱਡੀ ਵੱਡੀ ਵਡਿਆਈ ਵਾਲਾ। ਮਹਾਰਾਜ ਕਹਿਣ ਲੱਗੇ ਇਹਨੂੰ ਜਪ ਕੇ ਆਪ ਵੀ ਤਰ ਜਾਓਗੇ, ਤੁਹਾਡੇ ਪਿੱਤਰ ਵੀ ਤਰ ਜਾਣਗੇ। ਸਾਡੇ ਦਾਦੇ ਪੜਦਾਦੇ ਗਾਂ ਉਹਨਾਂ ਦੇ ਦਾਦੇ ਗਾਂ ਉਹਨਾਂ ਦੇ ਪੜਦਾਦੇ, ਜਿਨ੍ਹਾਂ ਦੇ ਨਾਮ ਵੀ ਨਹੀਂ ਪਤਾ, ਤੁਸੀਂ ਪਰਮੇਸ਼ਰ ਦਾ ਮਹਾਰਾਜ ਕਹਿੰਦੇ ਨਾਮ ਜਪੋ, ਆਪ ਵੀ ਤਰੋਗੇ, ਤੁਹਾਡੇ ਪਿੱਤਰ ਵੀ ਤਰਨਗੇ। ਜਿਸ ਸਿਮਰਤ ਮਹਾਰਾਜ ਕਹਿੰਦੇ ਨਾ ਪਿੱਤਰੀ ਹੋਏ ਉਧਾਰੋ, ਪਿੱਤਰਾਂ ਦਾ ਵੀ ਉਧਾਰਾ ਹੋਏਗਾ, ਉਧਾਰ ਹੋਏਗਾ। ਜਪੋ ਵਾਹਿਗੁਰੂ 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 ਵਾਹਿਗੁਰੂ। ਇਸ ਤਰ੍ਹਾਂ ਮਹਾਰਾਜ ਉਪਦੇਸ਼ ਦਿੰਦੇ ਹਨ। ਦੋਹਰਾ ਸੁਣੈ ਮਾਨ ਉਪਦੇਸ਼ ਜੋ ਚੱਲੈ ਗੁਰੂ ਅਨੁਸਾਰ। ਹੁਣ ਸੁਣ ਤੇ ਸਾਰਿਆਂ ਹੀ ਨਹੀਂ ਲਿਆ, ਸੁਣਨ ਵਾਲਿਆਂ ਦਾ ਵੀ ਭਲਾ। ਚਲੋ ਚੱਲ ਕੇ ਤੇ ਆਏ ਆ ਨਾ, ਅੱਗੋਂ ਮੰਨਣ ਦੀ ਗੱਲ ਚੱਲਦੀ। ਜਿਹੜਾ ਸੁਣ ਕੇ ਗੁਰੂ ਜੀ ਦਾ ਉਪਦੇਸ਼ ਮੰਨ ਲੈਂਦਾ, ਫਿਰ ਉਹਦੇ ਅਨੁਸਾਰ ਚੱਲਦਾ ਜੀ, ਮਹਾਰਾਜ ਦੇ ਉਪਦੇਸ਼ ਦੀ ਕਮਾਈ ਕਰਦਾ ਜੀ। ਸਦਾ ਸਹਾਇਕ ਤਿਸੀ ਕੇ। ਹਜੂਰ ਗੁਰੂ ਹਰਿਰਾਏ ਸਾਹਿਬ ਸਦਾ ਹੀ ਉਹਦੀ ਸਹਾਇਤਾ ਕਰਦੇ ਜੀ। ਸਿੱਧੀ ਜੀ ਗੱਲ ਹੈਗੀ, ਕੋਈ ਬੰਦਾ ਸਾਡੀ ਗੱਲ ਮੰਨੇ ਸਾਨੂੰ ਚੰਗਾ ਲੱਗਣ ਲੱਗ ਪੈਂਦਾ ਜੀ। ਹਾਂਜੀ, ਇਹਨੇ ਸਾਡੀ ਗੱਲ ਮੰਨੀ ਹੈ, ਆਪਾਂ ਕਈਆਂ ਨੂੰ ਦੱਸਦੇ ਅੱਗੋਂ ਇਹ ਬੰਦਾ ਬੜਾ ਚੰਗਾ ਸਾਡੀ ਗੱਲ ਮੰਨਦਾ। ਮਹਾਰਾਜ ਗੁਰੂ ਹਰਿਰਾਏ ਸਾਹਿਬ ਉਹਦੀ ਬੜੀ ਸਹਾਇਤਾ ਕਰਦੇ ਆ, ਜਿਹੜਾ ਫਿਰ ਗੁਰੂ ਜੀ ਦਾ ਉਪਦੇਸ਼ ਮੰਨਦਾ ਜੀ, ਗੁਰੂ ਜੀ ਦੀ ਗੱਲ ਮੰਨਦਾ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਸਭ ਤੋਂ ਵੱਡੀ ਗੱਲ ਇਹੋ ਹੀ ਹੈਗੀ ਜੀ, ਆਖੋ ਵਾਹਿਗੁਰੂ। ਅੱਜ ਉਹ ਕੀਤਾ ਇਹੋ ਹੀ ਵੱਡੀ ਗੱਲ ਹੈਗੀ ਜੀ। ਹਾਂਜੀ, ਗਨ ਬੰਧਨ ਤੇ ਟਾਰ। ਫਿਰ ਉਹਦੇ ਬੰਧਨ ਵੀ ਛਡਾ ਦਿੰਦੇ, ਮਾਂ ਨਿਸ਼ਚਿੰਤ ਕਰ ਦਿੰਦੇ, ਉਹਨੂੰ ਟੈਨਸ਼ਨ ਰਹਿਤ ਕਰ ਦਿੰਦੇ ਸੱਚੇ ਪਾਤਸ਼ਾਹ। ਹਾਂਜੀ, ਦਰਸ਼ਨ ਕਰਵੇ ਅਗ ਮਿਟੈ। ਮਹਾਰਾਜ ਦੇ ਦਰਸ਼ਨ ਕੀਤਿਆਂ ਬੜੇ ਬੜੇ ਅਗ, ਬੜੇ ਬੜੇ ਪਾਪ ਜਿਹੜੇ ਆ ਉਹ ਦੂਰ ਹੁੰਦੇ ਆ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤਿਆਂ। ਔਰ ਉਜਲ ਹੋਏ ਜਾਏ। ਔਰ ਕਹਿੰਦੇ ਹਿਰਦੇ ਨੂੰ, ਹਿਰਦਾ ਵੀ ਸਾਫ਼ ਹੋ ਜਾਂਦਾ ਜੀ। ਹੁਣ ਵੇਖੋ, ਜਿੰਨਾ ਚਿਰ ਤੁਸੀਂ ਗੁਰੂ ਜੀ ਦੇ ਚਰਨਾਂ 'ਚ ਬੈਠੇ ਹੋ, ਕਥਾ ਸੁਣ ਰਹੇ ਹੋ, ਮਹਾਰਾਜ ਦੀ ਕਿਰਪਾ ਨਾਲ ਮਨ ਤੇ ਸ਼ਾਂਤ ਹੋ ਗਿਆ ਨਾ ਜੀ, ਕਿਸੇ ਪ੍ਰਤੀ ਵੈਰ ਭਾਵ ਨਹੀਂ ਰਹਿੰਦਾ ਜੀ। ਹਾਂਜੀ, ਬਚਨ ਸੁਣੇ ਲਹਿ ਗਿਆਨ ਕੋ। ਜਿਹੜਾ ਫਿਰ ਬਚਨ ਸੁਣਦਾ ਉਹਨੂੰ ਗਿਆਨ ਦੀ ਵੀ ਪ੍ਰਾਪਤੀ ਹੁੰਦੀ। ਵੇਖੋ, ਦਰਸ਼ਨ ਕਰਕੇ ਮਨ ਸਾਫ਼ ਤੇ ਬਚਨ ਸੁਣਿਆ ਗਿਆਨ ਦੀ ਪ੍ਰਾਪਤੀ। ਹਾਂਜੀ, ਧੰਨ ਗੁਰੂ ਹਰਿ ਰਾਏ। ਤੇ ਫਿਰ ਇੱਕੋ ਹੀ ਗੱਲ ਉਹ ਕਹਿੰਦਾ, ਧੰਨ ਗੁਰੂ ਹਰਿ ਰਾਏ, ਧੰਨ ਗੁਰੂ ਹਰਿ ਰਾਏ।
ਵੇਖੋ ਸੰਗਤਾਂ ਆਪਣੇ ਆਪਣੇ ਗੁਰਮੁਖਾਂ ਨੂੰ, ਪ੍ਰੇਮੀਆਂ ਨੂੰ ਚੰਗਾ ਕਹਿੰਦੀਆਂ। ਜਿਹਨੇ ਕਿਸੇ ਕੋਲੋਂ ਕੁਝ ਪ੍ਰਾਪਤ ਕੀਤਾ ਉਹਦੀ ਜੈ ਜੈਕਾਰ ਕਰਦਾ। ਸੱਚੇ ਮਨੋਂ ਕਿਤੇ ਗੁਰੂ ਸਾਹਿਬ ਦੀ ਜੈ ਜੈਕਾਰ ਕਰਕੇ ਵੇਖੋ, ਕਿਤੇ ਮਹਾਰਾਜ ਦੀ ਜੈ ਜੈਕਾਰ ਕਰਕੇ ਵੇਖੋ, ਫਿਰ ਵੇਖਿਓ ਨਜ਼ਾਰੇ। ਧੰਨ ਗੁਰੂ ਹਰਿ ਰਾਏ, ਧੰਨ ਗੁਰੂ ਹਰਿ ਰਾਏ। ਇਹ ਗੁਰੂ ਹਰਿ ਰਾਏ ਸਾਹਿਬ ਕਿਸੇ ਬਗਾਨੇ ਦੇ ਥੋੜੀ ਹੈਗੇ ਜੀ, ਇਹ ਸਾਡੇ ਹੈਗੇ ਆ ਜੀ। ਸਤਿਗੁਰੂ ਸਾਡੇ ਨੇ, ਸਾਡੇ ਮਾਲਕ ਨੇ। ਆਪਣੇ ਗੁਰੂ ਦੀ ਜੈ ਜੈਕਾਰ ਕਰਕੇ ਵੇਖਿਓ, ਕਿਤੇ ਆਨੰਦ ਹੀ ਬੜੇ ਚ, ਕਮੀਆਂ ਹੀ ਨਹੀਂ ਰਹਿੰਦੀਆਂ। ਧੰਨ ਗੁਰੂ ਹਰਿ ਰਾਏ, ਧੰਨ ਗੁਰੂ ਹਰਿ ਰਾਏ। ਧੰਨ ਗੁਰੂ ਹਰਿ ਰਾਏ, ਧੰਨ ਗੁਰੂ ਹਰਿ ਰਾਏ। ਧੰਨ ਗੁਰੂ ਹਰਿ ਰਾਏ, ਧੰਨ ਗੁਰੂ ਹਰਿ ਰਾਏ। ਫਿਰ ਕਿਉਂ? ਦਰਸ਼ਨ ਕਰਦਿਆਂ ਮਨ ਸਾਫ਼ ਹੋ ਜਾਂਦਾ ਜੀ। ਬਚਨ ਸੁਣਿਆ ਗੁਰੂ ਜੀ ਦੇ, ਗਿਆਨ ਪੈਦਾ ਹੁੰਦਾ ਜੀ, ਗਿਆਨ ਪ੍ਰਾਪਤ ਹੁੰਦਾ ਜੀ। ਹਾਂਜੀ। ਪ੍ਰੇਮ ਭਗਤ ਵੈਰਾਗ ਦ੍ਰਿੜ, ਕਰਨ ਜੋਗ ਬ੍ਰਹਮ ਗਿਆਨ। ਫਿਰ ਪ੍ਰੇਮਾ, ਭਗਤੀ, ਵੈਰਾਗ, ਜੋਗ, ਬ੍ਰਹਮ ਗਿਆਨ, ਇਹ ਸਭ ਕੁਝ ਹੀ ਗੁਰੂ ਜੀ ਦੇ ਚਰਨਾਂ ਚੋਂ ਹੀ ਮਿਲਦਾ ਜੀ। ਚਰਨਾਂ ਚੋਂ ਮਿਲਦਾ। ਬੜੀਆਂ ਬੜੀਆਂ ਦਾਤਾਂ ਨੇ ਗੁਰੂ ਜੀ ਦੇ ਚਰਨਾਂ 'ਚ। ਹਾਂਜੀ। ਵਰਤਾਵਤ ਹੈ ਜਗਤ ਮਹਿ, ਸਤਿਗੁਰ ਕਿਰਪਾ ਨਿਧਾਨ। ਪ੍ਰੇਮ, ਭਗਤੀ, ਵੈਰਾਗ, ਬ੍ਰਹਮ ਗਿਆਨ, ਜੋਗ, ਇਹ ਸਭ ਕੁਝ ਗੁਰੂ ਹਰਿ ਰਾਏ ਸਾਹਿਬ ਜੀ ਵਰਤਾਉਂਦੇ ਆ ਜਗਤ 'ਚ। ਵੇਖੋ ਕਿਸੇ ਕੋ ਲੱਡੂ ਪੇੜੇ, ਉਹ ਲੱਡੂ ਪੇੜੇ ਵਰਤਾਏਗਾ। ਕਿਸੇ ਕੋ ਬਾਹਰੀ ਲੰਗਰ, ਉਹ ਬਾਹਰ ਦਾ ਲੰਗਰ ਵਰਤਾਏਗਾ। ਕੋਈ ਪਾਣੀ ਪਿਆਈ ਜਾਂਦਾ ਦੁਨੀਆ ਨੂੰ, ਚੰਗੀ ਗੱਲ ਹੈਗੀ ਹੈ, ਬੜੀ ਚੰਗੀ ਗੱਲ ਹੈ। ਤੇ ਗੁਰੂ ਸਾਹਿਬ ਕੋ ਤੇ ਅਮੋਲਕ ਗਿਆਨ ਹੈਗਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਇਹ ਸਭ ਕੁਝ ਹੀ ਗੁਰੂ ਸਾਹਿਬ ਕਿਰਪਾ ਕਰਕੇ ਦੁਨੀਆ ਨੂੰ ਦਿੰਦੇ ਆ ਜੀ। ਫਿਰ ਜੀ ਹਾਂਜੀ। ਵੱਡੇ ਭਾਗ ਜਿਨ ਕੇ ਹੁਤੇ, ਪਰ ਹੁਣ ਇਹ ਮਿਲਦਾ ਕਿਹਨਾਂ ਨੂੰ ਜੀ? ਇਹ ਥੋੜੀ ਵੀ ਬਾਹਰੋਂ ਨੱਚਦਾ ਟੱਪਦਾ ਕਲੋਲਾਂ ਕਰਦਾ ਡੀਜੇ ਤੇ ਭੰਗੜੇ ਪਾਉਂਦਾ ਆ ਗਿਆ, ਕਹਿੰਦਾ ਮਹਾਰਾਜ ਬੈਰਾਗ ਦੀ ਦਾਤ ਦੇ ਦਿਓ, ਮਹਾਰਾਜ ਮੈਨੂੰ ਬ੍ਰਹਮ ਗਿਆਨ ਦੇ ਦਿਓ। ਨਹੀਂ, ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਆ, ਚੰਗੀ ਕਿਸਮਤ ਹੁੰਦੀ ਹੈ, ਸ਼ਰਨ ਪਰੇ ਗੁਰ ਚਰਨ, ਉਹ ਫਿਰ ਗੁਰੂ ਹਰਿ ਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਆ ਜਾਂਦੇ ਜੀ। ਚਰਨਾਂ 'ਚ ਆ ਕੇ ਕਹਿੰਦੇ ਮਹਾਰਾਜ ਅਸੀਂ ਆਪ ਜੀ ਦੀ ਸ਼ਰਨ ਵਿੱਚ ਹਾਂ। ਹਾਂਜੀ। ਕੋਟ ਜਨਮ ਪਰਮਤ ਹੁਤੇ, ਜਿਹੜੇ ਫਿਰ ਕਰੋੜਾਂ ਜਨਮਾਂ ਤੋਂ ਭਟਕਣ ਰਹੇ ਸੀ ਨਾ ਜੀ, ਕਰੋੜਾਂ ਜਨਮਾਂ ਤੋਂ। ਹਾਂਜੀ। ਮਿਟੇ ਜਨਮ ਤਿਨ ਮਰਨ, ਧੰਨ ਗੁਰੂ ਹਰਿ ਰਾਏ ਸਾਹਿਬ ਜੀ ਦੀ ਕਿਰਪਾ ਨਾਲ ਉਹਨਾਂ ਦਾ ਜਨਮ ਤੇ ਮਰਨ ਫਿਰ ਸਭ ਕੁਝ ਹੀ ਮਿਟ ਜਾਂਦਾ ਜੀ, ਮਿਟ ਜਾਂਦਾ ਜੀ। ਹੁਣ ਵੇਖੋ ਬਾਹਰੀ ਤੌਰ ਤੇ ਅੱਜ ਆਪਾਂ ਕਹਿ ਦਾਂਗੇ ਵੀ ਅੱਜ ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਦੇਣਾ ਹੈ, ਬਾਹਰੀ ਤੌਰ ਤੇ ਸਰੀਰ ਤਿਆਗਣ ਦਾ। ਅੱਜ ਦਾ ਦਿਨ ਬੜੇ ਧਿਆਨ ਨਾਲ ਬੈਠ ਕੇ ਵੈਸੇ ਸੁਣਿਓ। ਅਸੀਂ ਗੁਰੂ ਰਾਮਦਾਸ ਜੀ ਦੇ ਸ਼ਹਿਰ 'ਚ ਰਹਿੰਦੇ ਆ, ਪਰ ਮੈਨੂੰ ਮਾਫ ਕਰਿਓ, ਬਹੁਤ ਘੱਟ ਪ੍ਰੇਮੀਆਂ ਨੂੰ ਪਤਾ ਗੁਰੂ ਰਾਮਦਾਸ ਜੀ ਨੇ ਸਰੀਰ ਕਿੱਥੇ ਛੱਡਿਆ ਜੀ। ਉਹ ਕਿਹੜੀ ਥਾਂ ਜੀ ਜਿੱਥੇ ਸਰੀਰ ਛੱਡਿਆ? ਉਦੋਂ ਮੇਰੇ ਸਤਿਗੁਰੂ ਦੇ ਸਰੀਰ ਦੀ ਉਮਰ ਕਿੰਨੀ ਸੀ ਜਦੋਂ ਗੁਰੂ ਰਾਮਦਾਸ ਜੀ ਨੇ ਸਰੀਰ ਤਿਆਗਿਆ ਜੀ? ਕਿੱਥੇ ਸਰੀਰ ਤਿਆਗਿਆ ਜੀ? ਜਿਨ੍ਹਾਂ ਨੂੰ ਨਹੀਂ ਪਤਾ ਉਹ ਕਹਿਣਗੇ ਜੀ ਦਰਬਾਰ ਸਾਹਿਬ ਛੱਡਿਆ ਹੋਏਗਾ।
ਹਰਮੰਦਰ ਸਾਹਿਬ ਛੱਡਿਆ ਹੋਏਗਾ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਅੱਜ ਦੇ ਦਿਨ ਗੁਰੂ ਜੀ ਨੇ ਸਰੀਰ ਤਿਆਗਿਆ ਜੀ। ਗੋਇੰਦਵਾਲ ਸਿੱਖੀ ਦਾ ਧੁਰਾ, ਬਹੁਤ ਕੁਝ ਗੋਇੰਦਵਾਲ ਸਾਹਿਬ ਨਾਲ ਸਾਡਾ ਜੁੜਿਆ ਜੀ। ਉੱਥੇ ਹੀ ਸੇਵਾ ਕੀਤੀ 21 ਸਾਲ ਲਗਭਗ ਗੁਰੂ ਰਾਮਦਾਸ ਜੀ ਨੇ ਸੇਵਾ ਕੀਤੀ ਜੀ। ਹੁਣ ਥੋੜੇ ਦਿਨਾਂ ਬਾਅਦ ਮੇਰੇ ਸਤਿਗੁਰੂ ਦਾ ਪ੍ਰਕਾਸ਼ ਗੁਰਪੁਰਬ ਵੀ ਆ ਰਿਹਾ ਜੀ, ਆਗਮਨ ਗੁਰਪੁਰਬ ਆ ਰਿਹਾ ਜੀ। ਆਪਾਂ ਮਹਾਰਾਜ ਦੀ ਕਥਾ ਵਿਚਾਰਨੀ ਹੈ। 5-7 ਸਾਲ 10 ਸਾਲ ਲਾ ਕੇ ਕੋਈ ਕਾਲਾ ਪੈ ਜਾਂਦਾ। 21 ਸਾਲ ਸੇਵਾ ਕੀਤੀ। ਜਦੋਂ ਸਤਿਗੁਰੂ ਨੇ ਗੱਦੀ ਦਿੱਤੀ, ਗੁਰੂ ਰਾਮਦਾਸ ਜੀ ਦੇ ਨੇਤਰ ਸੱਜਲ ਜੀ। ਆਖਿਆ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣ ਹੋ ਆਪੇ, ਹਮ ਰੁਲਤੇ ਫਿਰਤੇ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਇਹ ਬਚਨ ਮੇਰੇ ਸਤਿਗੁਰੂ ਨੇ ਕੀਤੇ। ਬੜੀ ਵਾਰੀ ਬੇਨਤੀ ਕਰੀਦੀ ਹੈ, ਅੱਜ ਮਹਾਰਾਜ ਦਾ ਜੋਤੀ ਜੋਤ ਦੇਣ ਹੈ, ਅੱਜ ਫੇਰ ਉਹ ਬੇਨਤੀ ਸੁਣ ਲਿਓ। ਬੀਬੀ ਭਾਨੀ ਨੂੰ ਗੁਰੂ ਅਮਰਦਾਸ ਸਾਹਿਬ ਨੇ ਪੁੱਛਿਆ, ਧੀਏ ਜੇ ਤੂੰ ਵਿਧਵਾ ਹੋ ਗਈ ਤੇ ਕੀ ਕਰੇਂਗੀ? ਸਤਿਗੁਰੂ ਭਾਣਾ ਮੰਨ ਲਵਾਂਗੀ। ਕਰਨਾ ਕੀ ਹੈ? ਤੁਹਾਡੀ ਆਗਿਆ, ਭਾਣਾ ਮੰਨ ਲਵਾਂਗੀ। ਮਹਾਰਾਜ ਕਹਿਣ ਲੱਗੇ ਫਿਰ ਸੁਣ ਲਾ, ਤੇਰੇ ਪਤੀ ਦੀ ਉਮਰ ਪੂਰੀ ਹੋ ਚੁੱਕੀ ਹੈ, ਪਰ ਤੁਸੀਂ ਸੇਵਾ ਬਹੁਤ ਕੀਤੀ ਹੈ। ਇਸ ਦਰ ਤੇ ਸੇਵਾ ਕਰਨ ਵਾਲੇ ਗੁਰੂ ਜੀ ਨੂੰ ਵੀ ਕਰਜ਼ਾਈ ਕਰ ਜਾਂਦੇ ਜੀ। ਉਂਝ ਕਰਜ਼ਾਈ ਉਹ ਹੁੰਦਾ ਜਿਹਦੇ ਕੋਲ ਦੇਣ ਨੂੰ ਕੁਛ ਨਾ ਹੋਵੇ, ਪਰ ਗੁਰੂ ਸਾਹਿਬ ਕੋ ਬੇਅੰਤ ਦਾਤਾ ਨੇ। ਇੱਥੇ ਕਹਿਣ ਦਾ ਭਾਵ ਇਹ ਹੈ, ਗੁਰੂ ਸਾਹਿਬ ਵੀ ਸੋਚਦੇ ਹੁਣ ਇਹਨਾਂ ਨੂੰ ਕੀ ਦਈਏ। ਮਹਾਰਾਜ ਕਹਿਣ ਲੱਗੇ, ਭਾਨੀ ਜੀ ਤੁਸੀਂ ਦੋਵਾਂ ਜੀਆਂ ਨੇ ਸੇਵਾ ਬਹੁਤ ਕੀਤੀ ਹੈ। ਦਿੱਤਾ ਲਈਏ ਆਪਣਾ, ਅਣ ਦਿੱਤਾ ਕਿਛ ਹੱਥ ਨਾ ਆਵੇ। ਸਾਡੀ ਉਮਰ 7 ਸਾਲ ਪਈ ਹੈ। ਜਿਹੜੀ ਸਾਡੀ ਉਮਰ ਹੈ ਨਾ, ਅਸੀਂ ਤੁਹਾਡੇ ਪਤੀ ਰਾਮਦਾਸ ਜੀ ਨੂੰ ਦਿੱਤੀ ਤੇ ਨਾਲ ਹੀ ਗੁਰਤਾ ਗੱਦੀ ਵੀ ਦਿੱਤੀ। ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖ, ਉਹ ਇੱਕ ਗੱਲ ਕਹਿੰਦੇ ਸੀ ਬੀਬੀਆਂ ਨੂੰ। ਉਹ ਕਹਿੰਦੇ ਕਰਵਾ ਚੌਥ ਦਾ ਵਰਤ ਰੱਖਿਆ, ਪਤਾ ਨਹੀਂ ਉਮਰ ਵੱਧਦੀ ਕਿ ਨਹੀਂ ਵੱਧਦੀ, ਪਰ ਗੁਰੂ ਰਾਮਦਾਸ ਦੇ ਘਰ ਆ ਕੇ, ਸਤਿਗੁਰੂ ਦੇ ਘਰ ਜਾ ਕੇ ਸੇਵਾ ਕਰਿਆ ਕਰੋ। ਇੱਥੇ ਗੁਰੂ ਆਪਣੀ ਵੀ ਉਮਰ ਦੇ ਦਿੰਦੇ ਨੇ, ਆਪਣੀ ਵੀ ਉਮਰ ਦੇ ਦਿੰਦੇ। ਮਹਾਰਾਜ ਗੁਰੂ ਅਮਰਦਾਸ ਜੀ ਨੇ ਆਪਣੀ ਉਮਰ ਸੱਚੇ ਪਾਤਸ਼ਾਹ ਜੀ ਨੇ ਦਿੱਤੀ। ਆਖਿਆ ਸਾਡੀ ਉਮਰ ਰਾਮਦਾਸ ਜੀ ਨੂੰ ਦਿੱਤੀ। 7 ਸਾਲ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗੁਰਤਾ ਗੱਦੀ ਤੇ ਸੱਜੇ ਰਹੇ ਜੀ। 7 ਸਾਲਾਂ ਚ ਬਹੁਤ ਕੁਝ ਕੀਤਾ। ਅੱਜ ਅੰਮ੍ਰਿਤ ਸਰੋਵਰ ਜਿਹਦੇ ਵਿੱਚ ਇਸ਼ਨਾਨ ਕਰਕੇ ਦੁੱਖ ਦੂਰ ਹੁੰਦੇ ਆ, ਰਾਮਦਾਸ ਸਰੋਵਰ ਸਭ ਉਤਰੇ ਪਾਪ ਕਮਾਤੇ। 2 ਵਾਰੀ ਇਹ ਪੰਕਤੀ ਗੁਰੂ ਗ੍ਰੰਥ ਸਾਹਿਬ ਚ ਆਈ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਇੱਕ ਵਾਰ ਆਈ ਰਾਮਦਾਸ ਸਰੋਵਰ ਨਹਾਤੇ ਸਭ ਲਾਥੇ ਪਾਪ ਕਮਾਤੇ। 2 ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪੰਕਤੀ ਚ ਉਹ ਰਾਮਦਾਸ ਸਰੋਵਰ ਦਿੱਤਾ। ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੇ ਸੋ ਕੁਲ ਤਰਾਵੇ, ਉਧਾਰ ਹੋਆ ਹੈ ਜੀ ਕਾ। ਅੱਜ ਸ੍ਰੀ ਗੁਰੂ ਰਾਮਦਾਸ ਸਾਹਿਬ ਅੱਜ ਦੇ ਦਿਨ ਗੋਇੰਦਵਾਲ ਸਾਹਿਬ ਦੀ ਧਰਤੀ ਤੇ 7 ਸਾਲ ਗੁਰਤਾ ਗੱਦੀ ਤੇ ਬੈਠ ਕੇ ਲਗਭਗ 47 ਸਾਲ ਦੀ ਉਮਰ ਵਿੱਚ ਮੇਰੇ ਸਤਿਗੁਰੂ ਜੀ ਅੱਜ ਦੇ ਦਿਨ ਜੋਤੀ ਜੋਤ ਸਮਾਏ ਜੀ। ਕੋਈ ਜ਼ਿਆਦੀ ਵੱਡੀ ਉਮਰ ਨਹੀਂ ਸੀ। ਅੱਜ ਵੀ ਜਰਮਨ ਦੇ ਵਿੱਚ ਗੁਰਮੁਖ ਪਿਆਰੇ ਰਹਿੰਦੇ ਆ, ਉਹਨਾਂ ਨਾਲ ਵਿਚਾਰ ਹੋ ਰਹੀ ਸੀ ਫੋਨ ਤੇ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋਤੀ ਜੋਤ ਦੀ ਕਥਾ ਚੈਨਲ ਤੇ ਚੱਲ ਰਹੀ ਹੈ ਬਾਹਰ।
ਉਹ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ ਵੀ ਬਹੁਤੀ ਵੱਡੀ ਨਹੀਂ। ਜੇ 10 ਪਾਤਸ਼ਾਹੀਆਂ ਵਿੱਚੋਂ ਸਰੀਰਕ ਉਮਰ ਕਿਸੇ ਦੀ ਵੱਡੀ ਹੋਈ, ਸ੍ਰੀ ਗੁਰੂ ਨਾਨਕ ਸਾਹਿਬ ਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ। 8 ਗੁਰੂ ਸਾਹਿਬਾਨ ਨੇ ਛੋਟੀਆਂ ਉਮਰਾਂ 'ਚ ਸਰੀਰ ਤਿਆਗਿਆ ਜੀ। ਸ੍ਰੀ ਗੁਰੂ ਰਾਮਦਾਸ ਸਾਹਿਬ 47 ਸਾਲ ਦੀ ਉਮਰ 'ਚ ਸਰੀਰ ਤਿਆਗਦੇ ਆ। 10ਵੇਂ ਪਾਤਸ਼ਾਹ 42 ਸਾਲ ਦੀ ਉਮਰ 'ਚ ਸਰੀਰ ਤਿਆਗ ਦਿੰਦੇ ਆ। 42 ਸਾਲ ਦੀ ਉਮਰ 'ਚ। ਸੋ ਮਹਾਰਾਜ ਗਰੀਬ ਨਵਾਜ ਜੀ ਦੇ ਚਰਨਾਂ 'ਚ ਲੱਖਾਂ ਵਾਰੀ ਪ੍ਰਣਾਮ, ਲੱਖਾਂ ਵਾਰੀ ਪ੍ਰਣਾਮ। ਸਾਰੀ ਸੰਗਤ ਪਿਆਰ ਨਾਲ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ। ਪਿਆਰਿਓ, ਸਾਡੇ ਨਾਮ ਨਾਲ ਗੁਰੂ ਰਾਮਦਾਸ ਜੀ ਦੇ ਸ਼ਹਿਰ ਦਾ ਨਾਮ ਲੱਗਦਾ ਜੇ, ਅੰਮ੍ਰਿਤਸਰ। ਸਾਨੂੰ ਲੋਕ ਅੰਮ੍ਰਿਤਸਰ ਵਾਲੇ ਕਹਿੰਦੇ ਆ। ਮਾਣ ਨਾਲ ਕਹਿ ਸਕਦੇ ਆ ਅਸੀਂ ਗੁਰੂ ਰਾਮਦਾਸ ਜੀ ਦੇ ਸ਼ਹਿਰ 'ਚ ਰਹਿੰਦੇ ਆ। ਇਸ ਸ਼ਹਿਰ ਦੀ ਵੀ ਬੜੀ ਵੱਡੀ ਵਡਿਆਈ ਹੈ। ਇਸ ਸ਼ਹਿਰ ਦੀ ਬੜੀ ਵੱਡੀ ਵਡਿਆਈ ਹੈ। ਸਤਿਗੁਰੂ ਜੀ ਕਿਰਪਾ ਕਰਨ। ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮੈਂ। ਆਓ ਪ੍ਰੇਮ ਨਾਲ ਪੰਕਤੀ ਪੜ੍ਹ ਦਈਏ ਗੁਰੂ ਰਾਮਦਾਸ ਜੀ ਦੇ ਧਿਆਨ ਧਰ ਕੇ, ਫਿਰ ਖਿਮਾ ਮੰਗਾਂਗਾ। ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ। ਜਿੰਨੀ ਸੰਗਤ ਬੈਠੇ ਹੋ ਸਾਰੇ ਪ੍ਰੇਮ ਨਾਲ ਗੱਜ ਕੇ, ਇਹਦਾ ਮਤਲਬ ਇਹ ਹੈ ਸਾਰੀ ਦੁਨੀਆ 'ਚ ਸ੍ਰੀ ਗੁਰੂ ਰਾਮਦਾਸ ਜੀ ਦੀ ਜੈ ਜੈਕਾਰ ਹੈ। ਤੇ ਨਹੀਂ ਹੈਗੀ ਤੇ ਦੱਸੋ। ਮਹਾਰਾਜ ਜੀ ਦਾ ਸਥਾਨ ਸ੍ਰੀ ਹਰਿਮੰਦਰ ਸਾਹਿਬ ਸਾਰੀ ਦੁਨੀਆ 'ਚ ਪ੍ਰਸਿੱਧ ਹੋ ਗਿਆ। ਸਾਧ ਸੰਗਤ ਜੀ, ਜੋ ਹਰਿਮੰਦਰ ਸਾਹਿਬ ਦੇ ਗ੍ਰੰਥੀ ਦਾ ਸਤਿਕਾਰ ਹੈ ਉਹ ਕੌਮ 'ਚ ਸਭ ਤੋਂ ਵੱਡਾ ਹੈ। ਹਰਿਮੰਦਰ ਸਾਹਿਬ ਦੇ ਰਾਗੀ ਦਾ ਸਤਿਕਾਰ ਹੈ ਉਹ ਕੌਮ 'ਚ ਸਭ ਤੋਂ ਵੱਡਾ ਹੈ। ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗ ਮਹਿ। 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 ਦੇਵਪੁਰੀ ਮਹਿ ਗਇਓ ਆਪ ਪਰਮੇਸ਼ਰ ਪਾਇਓ। ਹਰ ਸਿੰਘਾਸਨ ਦਿਓ ਸ੍ਰੀ ਗੁਰ ਤਹਿ ਬਿਠਾਇਓ। ਕਹਿੰਦੇ ਜਦੋਂ ਸ੍ਰੀ ਗੁਰੂ ਰਾਮਦਾਸ ਜੀ ਦੇਵਪੁਰੀ ਵਿੱਚ ਗਏ, ਪਰਮੇਸ਼ਰ ਨੇ ਉੱਠ ਕੇ ਆਪਣੀ ਗੱਦੀ ਖਾਲੀ ਕਰ ਦਿੱਤੀ। ਸ੍ਰੀ ਗੁਰੂ ਰਾਮਦਾਸ ਜੀ ਨੂੰ ਉੱਥੇ ਬਿਠਾਇਆ। ਰਹੱਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪਹਿ। ਸ੍ਰੀ ਗੁਰੂ ਰਾਮਦਾਸ ਜੀ ਦਾ ਦੇਵਤਿਆਂ ਨੇ ਵੀ ਜਸ ਕੀਤਾ। ਭੱਟ ਹਰਬੰਸ ਜੀ, ਉਹਨਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ। ਹਰਬੰਸ ਜਗਤ ਜਸ ਸੰਚਰਿਓ ਸੋ ਕਵਣ ਕਹੈ ਸ੍ਰੀ ਗੁਰ ਮੋਇਓ। ਕਹਿੰਦੇ ਕੌਣ ਹੈ ਜਿਹੜਾ ਇਹ ਕਹਿੰਦਾ ਸ੍ਰੀ ਗੁਰੂ ਰਾਮਦਾਸ ਜੀ ਦੀ ਮੌਤ ਹੋ ਗਈ ਹੈ? ਨਹੀਂ ਹੋਈ। ਕਹਿੰਦੇ ਸ੍ਰੀ ਗੁਰੂ ਰਾਮਦਾਸ ਜੀ ਅੱਜ ਵੀ ਜਗਤ ਵਿੱਚ ਹਨ। ਸ੍ਰੀ ਗੁਰੂ ਰਾਮਦਾਸ ਜੀ ਅੱਜ ਵੀ ਸੰਸਾਰ ਵਿੱਚ ਰਹਿਮਤਾਂ ਵਰਤਾ ਰਹੇ ਹੈ। ਇੱਕ ਨਹੀਂ, ਲੱਖਾਂ ਲੋਕ
ਸ਼੍ਰੀ ਹਰਿਮੰਦਰ ਸਾਹਿਬ ਤੋਂ ਵਰੋਸਾਏ ਗਏ ਜੀ। ਲੱਖਾਂ ਲੋਕ ਹਰਿਮੰਦਰ ਸਾਹਿਬ ਤੋਂ ਵਰੋਸਾਏ ਗਏ, ਲੱਖਾਂ ਨੂੰ ਹੀ ਅੱਖਾਂ ਮਿਲ ਗਈਆਂ ਜੀ, ਲੱਖਾਂ ਦੇ ਰੋਗ ਠੀਕ ਹੋਏ। ਪਿੱਛੇ ਜੇ ਭਾਈ ਸੁਖਚੈਨ ਸਿੰਘ ਗੋਪਾਲਾ ਆਏ ਸੀ ਆਪਣੇ ਕੋਲ, ਜਿਨ੍ਹਾਂ ਨੂੰ ਪੈਰਾਲਾਈਜ਼ ਹੋਇਆ ਸੀ, ਤੇ ਵਿੱਚ ਗਏ ਸਰੋਵਰ ਦੇ ਤੇ ਇਉਂ ਬਾਹਰ ਆਏ ਤੇ ਜਿਵੇਂ ਨਵੇਂ ਨਰੋਏ ਹੁੰਦੇ ਆ। ਜੈ ਜੈਕਾਰ ਹੈ ਦੁਨੀਆ 'ਚ ਸ੍ਰੀ ਗੁਰੂ ਰਾਮਦਾਸ ਜੀ ਦੀ। ਸ੍ਰੀ ਗੁਰ ਰਾਮਦਾਸ ਜਯੋ ਜੈ ਜਗ ਮਹਿ, ਸ੍ਰੀ ਗੁਰ ਰਾਮਦਾਸ ਜਯੋ ਜੈ ਜਗ ਮਹਿ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਮਾਂ ਨਹੀਂ ਹੈ। ਅੱਜ ਇੱਕ ਇਤਿਹਾਸਕ ਦਿਹਾੜਾ ਹੋਰ ਵੀ ਹੈ। ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇੱਕ ਓਅੰਕਾਰ ਤੋਂ ਲੈ ਕੇ 18 10 20 ਤੱਕ ਬਾਣੀ ਲਿਖਵਾਈ। ਅੱਜ ਦੇ ਦਿਨ ਉਹ ਫਿਰ ਬਾਣੀ ਜਿਹੜੀ ਹੈ ਉਹ ਸੰਪੂਰਨ ਹੋਈ ਸੀਗੀ। ਭਾਈ ਮਨੀ ਸਿੰਘ ਜੀ ਕੋਲੋਂ ਮਹਾਰਾਜ ਨੇ ਬਾਣੀ ਲਿਖਾਈ। ਅੱਜ ਮਹਾਰਾਜ ਜੀ ਦਾ ਸੰਪੂਰਨਤਾ ਦਿਵਸ ਵੀ ਹੈ। ਭੁੱਲਾਂ ਦੀ ਮਾਫੀ। ਸਭ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਸੋ